आप लिहो तुम कथा सुधारी। सतनाम श्री वाहिगुरु साहिब जी सोरठा। श्री गुर ग्रंथ महान प्रगट बोध बप मानिए। श्री गुर कहयो बखान माम स्वरूप भाव सेत एह। वाहिगुरु जी का खालसा वाहिगुरु जी की फतेह। गुरु की साजी नवाजी होई। परम सन्मान जो गुरु खालसा साध संगत जी, आप जी अत्यंत बड़भागे हो जिन्हां नूं गुरु ने अपने चरनां विच सद्दिया है। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। ਅੰਮ੍ਰਿਤਮਈ ਪਵਿੱਤਰ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਜਦੋਂ ਸਤਿਗੁਰਾਂ ਨੇ ਆਪਣੀ ਕਲਾ ਵਰਤਾਈ, ਆਪਣੀ ਮਾਇਆ ਪਾਈ ਤੇ ਭਾਈ ਗੁਰਦਾਸ ਜੀ ਕਾਂਸ਼ੀ ਪਹੁੰਚ ਗਏ। ਬਨਾਰਸ ਦੇ ਵਿੱਚ ਉੱਥੇ ਪੰਡਤਾਂ ਨੇ ਜੋ ਸਵਾਲ ਪੁੱਛੇ, ਭਾਈ ਸਾਹਿਬ ਉਹਨਾਂ ਦਾ ਜਵਾਬ ਦੇ ਰਹੇ ਨੇ। 3 ਵਿਸ਼ਿਆਂ 'ਤੇ ਉਹਨਾਂ ਨੇ ਗੱਲਬਾਤ ਕੀਤੀ ਸੀ। ਕਹਿਣ ਲੱਗੇ, ਪਹਿਲਾਂ ਇਹ ਦੱਸੋ ਵੀ ਵਾਹਿਗੁਰੂ ਮੰਤਰ ਦਾ ਕੀ ਮਹਾਤਮ ਹੈ, ਵਾਹਿਗੁਰੂ ਮੰਤਰ ਦੀ ਕੀ ਲੋੜ ਹੈ ਜਦੋਂ ਗਾਇਤਰੀ ਮੰਤਰ ਤੇ ਹੋਰ ਬੜੇ ਮੰਤਰ ਮੌਜੂਦ ਹਨ। ਕਲਯੁਗ ਦੇ ਵਿੱਚ ਨਵਾਂ ਮੰਤਰ ਰਚਣ ਦੀ ਕੀ ਜ਼ਰੂਰਤ ਪਈ। ਭਾਈ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਵਾਹਿਗੁਰੂ ਮੰਤਰ ਦੇ ਅਰਥ ਕੀਤੇ। ਸੰਸਕ੍ਰਿਤ ਵਿੱਚ ਸ਼ਲੋਕ ਉਚਾਰਨ ਕਰਕੇ ਵਾਹਿਗੁਰੂ ਪਦ ਦਾ ਮਹਾਤਮ ਦੱਸਿਆ। ਔਰ ਫਿਰ ਸ੍ਰੀ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਉਹਨਾਂ ਨੇ ਸਵਾਲ ਪੁੱਛੇ। ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਵੀ ਭਾਈ ਗੁਰਦਾਸ ਜੀ ਨੇ ਦੱਸੀ ਹੈ। ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਉਹ ਦੱਸਣਗੇ। ਆਓ ਅੱਜ ਦੇ ਪ੍ਰਕਰਣਾਂ ਵਿੱਚ ਇਹ ਸਰਵਣ ਕਰੀਏ। ਬੜਾ ਪੁਰਾਤਨ ਇਤਿਹਾਸ, ਜੁਗਾਂ ਜੁਗਾਂਤਰਾਂ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਉਂਦਾ ਸੀ। ਆਪ ਜੀ ਸਭ ਤਰ੍ਹਾਂ ਦੇ, ਹਰ ਤਰ੍ਹਾਂ ਦੀ ਵਿੱਦਿਆ ਦੇ ਪੰਡਤ ਸਨ। ਜਿਸ ਤਰ੍ਹਾਂ ਵੀ ਕੋਈ ਸਮਝੇ ਉਹਨੂੰ ਉਸੇ ਤਰ੍ਹਾਂ ਸਮਝਾ ਦੇਣਾ। ਜਿਹੜੇ ਪੰਡਤ ਲੋਕ ਸਨ ਉਹ ਪੁਰਾਣਕ ਢੰਗ ਨਾਲ ਸਮਝਦੇ ਸਨ। ਉਹਨਾਂ ਨੂੰ ਉਸੇ ਤਰੀਕੇ ਨਾਲ ਭਾਈ ਸਾਹਿਬ ਜੀ ਨੇ ਸਮਝਾ ਦਿੱਤਾ ਹੈ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਸ੍ਰੀ ਗੁਰ ਗ੍ਰੰਥ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਮਹਿਮਾ, ਮਹਾਨ ਮਹਿਮਾ ਦੱਸੀ ਹੈ। ਪ੍ਰਗਟ ਬੋਧ ਬਪ ਮਾਨੀਏ। ਇਹ ਗਿਆਨ ਦਾ ਪ੍ਰਗਟ ਸਰੂਪ ਹੈ। ਜੇ ਕਿਸੇ ਨੇ ਗਿਆਨ ਦਾ ਪ੍ਰਤੱਖ ਦਰਸ਼ਨ ਕਰਨਾ ਹੋਵੇ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਲਵੇ। ਸ੍ਰੀ ਗੁਰ ਕਹਿਓ ਬਖਾਨ। ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਇਹਦੀ ਮਹਿਮਾ ਦੱਸੀ ਹੈ। ਮਾਮ ਸਰੂਪ ਭਾਵ ਸੇਤ ਇਹ। ਇਹ ਕਲਯੁਗ ਦੇ ਵਿੱਚ ਸਾਡਾ ਹੀ ਸਰੂਪ ਹੈ। ਗੁਰੂ ਗ੍ਰੰਥ ਸਾਹਿਬ ਸਾਡੀ ਬਾਣੀ, ਸਾਡੀ ਆਤਮਾ ਹੈ। ਭਵ ਸਾਗਰ ਤੋਂ ਪਾਰ ਲੰਘਾਉਣ ਲਈ ਇਹ ਬੜਾ ਵੱਡਾ ਪੁਲ ਹੈ। ਜਿਵੇਂ ਪੁਲ ਦੇ ਰਾਹੀਂ ਆਪਾਂ ਨਦੀਆਂ ਦਰਿਆਵਾਂ ਤੋਂ ਪਾਰ ਲੰਘ ਜਾਂਦੇ ਹਾਂ, ਇਹ ਗੁਰਬਾਣੀ ਇਹੋ ਜਿਹਾ ਪੁਲ ਹੈ ਜਿਹਦੇ ਉੱਤੇ ਚੱਲ ਕੇ ਸੰਸਾਰ ਸਾਗਰ ਤੋਂ ਹੀ ਪਾਰ ਉਤਰਿਆ ਜਾ ਸਕਦਾ। ਹਾਂਜੀ। ਸਵਈਆ ਤੀਰਥ ਰਾਜ ਵਿਚਾਰ ਮਹੀਮਣ। ਹੁਣ ਸਾਰਿਆਂ ਤੋਂ ਸ੍ਰੇਸ਼ਟ ਜਿਹੜਾ ਧਰਤੀ ਦੇ ਉੱਤੇ ਮਣੀ ਸਰੂਪ ਹੈ, ਭਾਵ ਜਿਵੇਂ ਕਿਸੇ ਦੇ ਸਿਰ ਤੇ ਮਣੀ ਹੋਵੇ ਨਾ, ਉਹ ਸਭ ਤੋਂ ਸ੍ਰੇਸ਼ਟ ਹੁੰਦੀ ਹੈ। ਇਸ ਧਰਤੀ 'ਤੇ ਸਭ ਤੋਂ ਵੱਡਾ ਤੀਰਥ ਮਣੀ ਸਰੂਪ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ। ਇਹਦੀ ਕੋਈ ਮਹਿਮਾ ਬਿਆਨ ਕਰ ਹੀ ਨਹੀਂ ਸਕਦਾ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਮਹਾਰਾਜ ਸਾਹਿਬ ਜੀ ਦੇ ਇਸ ਪਾਵਨ ਤੀਰਥ ਦੀ ਬਹੁਤ ਵੱਡੀ ਮਹਿਮਾ ਹੈ। ਆਦ ਕਥਾ ਸੁਨ ਵਿਪਰ ਮਹਾਨਾ। ਭਾਈ ਗੁਰਦਾਸ ਜੀ ਕਹਿੰਦੇ, ਪੰਡਤ ਜੀ ਤੁਸੀਂ ਸਵਾਲ ਪੁੱਛਿਆ ਵੀ ਅੰਮ੍ਰਿਤਸਰ ਦੀ ਲੋੜ ਕੀ ਹੈ 68 ਤੀਰਥਾਂ ਦੇ ਹੁੰਦਿਆਂ, ਤਾਂ ਤੁਸੀਂ ਇਹਦਾ ਇਤਿਹਾਸ ਨਹੀਂ ਜਾਣਦੇ।
ਇਹਦਾ ਇਤਿਹਾਸ ਸਾਰੇ ਤੀਰਥਾਂ ਤੋਂ ਪੁਰਾਣਾ ਹੈ, ਆਦਿ ਮੁੱਢ ਵਿੱਚ। ਬਾਕੀ ਤੀਰਥ ਸਾਰੇ ਬਾਅਦ ਵਿੱਚ ਬਣੇ ਹਨ। ਇਹ ਤੀਰਥ ਸਭ ਤੋਂ ਪੁਰਾਤਨ ਹੈ, ਬਹੁਤ ਪੁਰਾਤਨ ਹੈ। ਹਾਂਜੀ, ਦੇਵ ਸੁਰਾਸੁਰ ਖੀਰ ਮਥਿਓ। ਇਹ ਉਦੋਂ ਦੀ ਗੱਲ ਹੈ ਜਦੋਂ ਦੇਵਤਿਆਂ ਨੇ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ ਚਤੁਰਾਦਸ਼ ਕਾਢ ਦੀਏ ਵਿਦ ਨਾਨਾ। ਤੇ 14 ਰਤਨ ਕੱਢੇ ਸਨ। ਗੁਰਬਾਣੀ ਵਿੱਚ ਆਉਂਦਾ ਨਾ, 14 ਰਤਨ ਨਿਕਾਲਿਓ ਨ ਕਰ ਮੇਰ ਮਧਾਨ। 14 ਰਤਨ ਜਦੋਂ ਕੱਢੇ ਸਨ, ਉਸ ਵੇਲੇ ਦੀ ਇਹ ਕਥਾ ਹੈ। ਰੋਰ ਪਰੀ ਸੁਰ ਦੈਤਨ ਮਧ। ਦੇਵਤਿਆਂ ਵਿੱਚ ਤੇ ਦੈਂਤਾਂ ਵਿੱਚ ਲੜਾਈ ਹੋ ਗਈ ਸੀ, ਰੌਲਾ ਪੈ ਗਿਆ ਸੀ। ਜਦੋਂ ਉਹ ਰਤਨ ਨਿਕਲ ਆਏ ਤੇ ਵਿਵਾਦ ਛਿੜ ਗਿਆ। ਚੰਗੇ ਚੰਗੇ ਰਤਨ ਦੇਵਤੇ ਵੀ ਲੈਣਾ ਚਾਹੁੰਦੇ ਸੀ ਤੇ ਦੈਂਤ ਕਹਿੰਦੇ ਅਸੀਂ ਲੈਣੇ ਆ, ਦੇਵਤੇ ਕਹਿੰਦੇ ਅਸੀਂ ਲੈਣੇ ਆ। ਉਹਨਾਂ ਦੇ ਵਿੱਚ ਲੜਾਈ ਬਣ ਗਈ। ਹਥਿਆਰ ਚੁੱਕ ਲਏ, ਤਲਵਾਰਾਂ, ਬਰਛੇ, ਗੰਡਾਸੇ, ਇੱਕ ਦੂਜੀ ਨੂੰ ਮਾਰਨ ਦੇ ਲਈ ਤਿਆਰ ਹੋ ਪਏ। ਅਲੀ ਨੇ ਜੇ ਆਪ ਨੂੰ ਆਪਨ ਮਾਨਾ। ਆਪਣੇ ਆਪ ਆਪਣਾ ਅਧਿਕਾਰ ਜਮਾਉਣ ਲੱਗ ਪਏ। ਦੇਵਤੇ ਕਹਿੰਦੇ ਇਹਨਾਂ ਰਤਨਾਂ ਤੇ ਸਾਡਾ ਹੱਕ ਹੈ। ਦੈਂਤ ਕਹਿੰਦੇ ਜ਼ੋਰ ਸਾਡਾ ਜ਼ਿਆਦਾ ਲੱਗਾ, ਸਾਡਾ ਹੱਕ ਹੈ। ਸੋ ਦੇਵਤੇ ਔਰ ਦੈਂਤ ਦੋਵੇਂ ਹੀ ਤਰਫਾਂ ਦੇ ਵਿੱਚ ਇਹਨਾਂ ਰਤਨਾਂ ਉੱਤੇ ਅਧਿਕਾਰ ਜਮਾਉਣ ਦੀ ਦੌੜ ਪੈ ਗਈ। ਲੜਾਈ ਦਾ ਮਾਹੌਲ ਬਣ ਗਿਆ। ਮੋਹਨ ਮੋਹਨ ਮੋਹ ਲਿਏ। ਸਾਧ ਸੰਗਤ ਜੀ, ਉਸ ਵੇਲੇ ਭਗਵਾਨ ਨੇ ਮਹਾਮੋਹਣੀ ਅਵਤਾਰ ਧਾਰਨ ਕੀਤਾ ਸੀ। ਮਹਾਮੋਹਣੀ ਦਾ ਰੂਪ ਧਾਰਨ ਕਰਕੇ ਸੁੰਦਰ ਇਸਤਰੀ ਬਣ ਕੇ ਪਰਮੇਸ਼ਰ ਹੱਥ ਵਿੱਚ ਬੜੇ ਸੁੰਦਰ ਕਮਲ ਦੇ ਫੁੱਲ ਫੜੇ ਹੋਏ ਅਤੇ ਸੁੰਦਰ ਤੋਂ ਸੁੰਦਰ ਰੂਪ ਬਣਾਇਆ। ਉਹਨਾਂ ਦੇਵਤਿਆਂ ਦੇ ਦੈਤਾਂ ਤੋਂ ਅੱਗੇ ਦੀ ਲੰਘਿਆ। ਇਸਤਰੀ ਦਾ ਸੁੰਦਰ ਰੂਪ ਦੇਖ ਕੇ ਦੈਤਾਂ ਦੇ ਹੱਥੋਂ ਵੀ ਹਥਿਆਰ ਡਿੱਗ ਪਏ ਤੇ ਦੇਵਤਿਆਂ ਦੇ ਹੱਥੋਂ ਵੀ ਡਿੱਗ ਪਏ। ਮਾਇਆ ਨੇ ਮੋਹ ਲਿਆ। ਮਹਾਮੋਹਣੀ ਮਾਇਆ ਐਸੀ ਪਰਮੇਸ਼ਰ ਦੀ ਸਾਰਿਆਂ ਨੂੰ ਮੋਹ ਲੈਂਦੀ ਹੈ। ਸੋ ਮੋਹਨ ਮੋਹਨ ਮੋਹਿ ਲੀਏ। ਮੋਹਨ ਪ੍ਰਭੂ ਦੀ ਮਾਇਆ ਮੋਹਣੀ ਨੇ ਸਾਰਿਆਂ ਨੂੰ ਮੋਹ ਲਿਆ। ਮਹਾਮੋਹਣੀ ਰੂਪ ਧਾਰਨ ਕਰਕੇ ਮੋਹ ਬਿਦਾਰ ਤਬੈ ਸੁਖ ਜਾਨਾ। ਤੇ ਜਦੋਂ ਉਹਨਾਂ ਦਾ ਮੋਹ ਦੂਰ ਹੋਇਆ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ, ਸਮਝ ਆਈ, ਸੁਖ ਮਿਲਿਆ। ਦੇ ਵਿਭਾਗ ਸੁਦਾ ਸਭ ਕੋ। ਸਾਧ ਸੰਗਤ ਜੀ, ਫਿਰ ਭਗਵਾਨ ਨੇ ਆਪਣੇ ਹੱਥ ਵਿੱਚ ਰਤਨ ਲੈ ਲਏ ਤੇ ਆਪ ਵੰਡੇ। ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਦਿੱਤੀ ਉਹਨੇ ਚੁੱਪ ਕਰਕੇ ਲੈ ਲਈ। ਮਾਇਆ ਦਾ ਮੋਹ ਇਹੋ ਜਿਹਾ ਹੈ, ਜਦੋਂ ਮਾਇਆ ਦਾ ਮੋਹ ਪਿਆ ਹੋਵੇ ਬੰਦੇ ਨੂੰ ਆਪਣਾ ਆਪ ਭੁੱਲ ਜਾਂਦਾ ਹੈ। ਜੋ ਵੀ ਮਿਲੇ ਉਹੀ ਠੀਕ ਹੈ। ਕਹਿੰਦੇ ਮਹਾਮੋਹਣੀ ਨੇ ਹੱਥ ਦੇ ਵਿੱਚ ਲੈ ਕੇ ਰਤਨ ਵੰਡ ਦਿੱਤੇ। ਜਿਹੜਾ ਜਿਹੜਾ ਜਿਸ ਜਿਸ ਨੂੰ ਦਿੱਤਾ ਉਹ ਲੈ ਕੇ ਚੁੱਪ ਕਰ ਗਿਆ। ਫਿਰ ਉਹਨੇ ਵਿਵਾਦ ਨਹੀਂ ਕੀਤਾ। ਹਾਂਜੀ, ਪ੍ਰਭ ਖੇਲ ਦਿਖਾ ਦਿਆਲ ਮੁਰਾਰੀ। ਇਹ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਦਿਆਲੂ ਜੀ ਨੇ ਖੇਡ ਦਿਖਾਈ ਹੈ ਦੁਨੀਆ ਨੂੰ। ਜੋ ਜੋ ਕਿਸੇ ਨੂੰ ਦਿੱਤਾ ਹੋਇਆ ਨਾ, ਉਹਦੀ ਮਾਇਆ ਦੇ ਮੋਹੇ ਉਹੀ ਲੈ ਕੇ ਬੈਠੇ ਹਨ। ਜੋ ਕਿਸੇ ਨੂੰ ਅੱਜ ਵੀ ਇਹੀ ਗੱਲ ਹੈ। ਇਹ ਤਾਂ ਕਹਾਣੀਆਂ ਜਿਹੜੀਆਂ ਪੁਰਾਣਾਂ ਵਿੱਚ ਲਿਖੀਆਂ ਹੋਈਆਂ ਨੇ, ਅਸਲ 'ਚ ਸਾਨੂੰ ਸਮਝਾਉਣ ਵਾਸਤੇ ਹਨ। ਪਰਮੇਸ਼ਰ ਦੀ ਮਾਇਆ ਐਸੀ ਹੈ, ਸਭ ਨੂੰ ਮੋਹੀ ਬੈਠੀ ਹੈ। ਜਿੱਥੇ ਜਿੱਥੇ ਕੋਈ ਲੱਗਾ ਉੱਥੇ ਉੱਥੇ ਉਹਦੀ ਪਕੜ ਬਣੀ ਹੋਈ। ਉਹਨੂੰ ਇੱਦਾਂ ਲੱਗਦਾ ਵੀ ਜੇ ਮੈਂ ਜਗ੍ਹਾ ਛੱਡ ਦਿਆਂਗਾ ਤੇ ਮੈਂ ਰੁੜ ਜਾਵਾਂਗਾ। ਜਿੱਥੇ ਜਿੱਥੇ ਕੋਈ ਬੈਠਾ ਨਾ, ਉਹ ਇੱਦਾਂ ਜਿਵੇਂ ਤੋਤਾ ਪਾਣੀ ਦੇ ਬੱਠਲ ਦੇ ਉੱਤੇ ਜਦੋਂ ਬੈਠਦਾ ਨਾ, ਉੱਤੇ ਫਿਰਕੀ ਪਾਈ ਹੁੰਦੀ ਹੈ, ਉਹ ਫਿਰਕੀ ਘੁੰਮ ਜਾਂਦੀ ਹੈ। ਉਹ ਲੱਤਾਂ ਉੱਤੇ ਨੂੰ ਹੋ ਜਾਂਦੀਆਂ ਤੇ ਥਿਰਸ ਥੱਲੇ ਨੂੰ। ਉਹਨੂੰ ਇਹ ਹੁੰਦਾ ਵੀ ਜੇ ਮੈਂ ਨਲਕੀ ਛੱਡੀ ਤੇ ਮੈਂ ਡੁੱਬ ਜਾਣਾ, ਤੇ ਉਹਨੂੰ ਆ ਕੇ ਉਹ ਫੜ ਲੈਂਦਾ। ਇਹ ਪਰਮੇਸ਼ਰ ਦੀ ਮਾਇਆ ਨੇ ਸਾਰਿਆਂ ਨੂੰ ਭਰਮਾਇਆ ਹੋਇਆ। ਦੇਵਤੇ ਵੀ ਭਰਮਾ ਲਏ, ਦੈਂਤ ਵੀ ਭਰਮਾ ਲਏ। ਨਾ ਦੇਵਤਿਆਂ ਨੂੰ ਸਮਝ ਆਈ ਵੀ ਸਾਡੇ ਨਾਲ ਕੀ ਹੋ ਰਿਹਾ, ਨਾ ਦੈਂਤਾਂ ਨੂੰ ਸਮਝ ਆਈ। ਪੂਰਬ ਰੂਪ ਬਨਾਏ ਕੈ ਸੁੰਦਰ। ਪਹਿਲਾਂ ਪਰਮੇਸ਼ਰ ਜੀ ਨੇ ਬੜਾ ਸੁੰਦਰ ਰੂਪ ਬਣਾਇਆ, ਮਹਾਮੋਹਣੀ ਦਾ ਰੂਪ ਧਾਰਨ ਕੀਤਾ। ਸ੍ਰੀ ਮਣ ਮੰਦਰ ਕੀ ਰੁਚ ਧਾਰੀ। ਤੇ ਉਸ ਵੇਲੇ ਮਣੀਆਂ ਦਾ ਸੁੰਦਰ ਅਸਥਾਨ ਮੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਾਧ ਸੰਗਤ ਜੀ, ਇਹ ਟਾਈਮ ਤੋਂ ਪਰੇ ਦੀਆਂ ਗੱਲਾਂ ਹਨ, ਟਾਈਮਲੈਸ। ਇਹ ਟਾਈਮ ਜਿਹੜਾ ਨਾ, ਇਹ ਸਾਡਾ ਬਣਾਇਆ ਹੋਇਆ।
ਇਹ ਸਮੇਂ ਦੇ ਅਨੁਸਾਰ ਅਸੀਂ ਸੋਚਦੇ ਹਾਂ ਵੀ ਆਹ ਪਹਿਲਾ ਸੀ, ਪਾਸਟ ਸੀ, ਇਹ ਫਿਊਚਰ ਹੈ, ਇਹ ਵਰਤਮਾਨ ਹੈ, ਪਰ ਇਹ ਤਿੰਨਾਂ ਕਾਲਾਂ ਤੋਂ ਪਰੇ ਦੀ ਗੱਲ ਹੈ। ਵਾਹਿਗੁਰੂ ਪਰਮੇਸ਼ਰ ਨੇ ਸਮੇਂ ਤੋਂ ਪਰੇ ਹੋ ਕੇ ਜਿਹੜੀ ਖੇਡ ਰਚੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਜਾ ਕੇ ਜਦੋਂ ਕੀਰਤਨ ਸੁਣਦੇ ਹੋ, ਸੁਰਤੀ ਤੇ ਸ਼ਬਦ ਦਾ ਮੇਲ ਹੋ ਜਾਂਦਾ, ਉਦੋਂ ਫਿਰ ਸਮੇਂ ਦਾ ਅਭਾਵ ਹੋ ਜਾਂਦਾ, ਟਾਈਮ ਨਹੀਂ ਪਤਾ ਹੁੰਦਾ। ਜੇ ਟਾਈਮ ਦਾ ਪਤਾ ਹੈ ਤਾਂ ਫਿਰ ਸਮਝੋ ਕੀਰਤਨ ਨਹੀਂ ਸੁਣ ਰਹੇ, ਅਤੇ ਜੇ ਟਾਈਮ ਭੁੱਲ ਗਿਆ, ਕੀਰਤਨ ਦੇ ਵਿੱਚ ਬਿਰਤੀ ਜੁੜ ਗਈ, ਫਿਰ ਕੋਈ ਪਤਾ ਨਹੀਂ ਵੀ ਪਾਸਟ ਕੀ ਹੈ ਅਤੇ ਫਿਊਚਰ ਕੀ ਹੈ। ਇਹੋ ਜਿਹੀ ਅਵਸਥਾ ਸ੍ਰੀ ਹਰਿਮੰਦਰ ਸਾਹਿਬ 'ਚ ਬਣਦੀ ਹੈ। ਮਹਾਰਾਜ ਅਕਾਲ ਪੁਰਖ ਜੀ ਨੇ ਇਹੋ ਜਿਹੀ ਕਲਾ ਵਰਤਾਈ, ਇਹ ਸ੍ਰੀ ਹਰਿਮੰਦਰ ਸਾਹਿਬ ਦਾ ਸੂਖਸ਼ਮ ਨਕਸ਼ਾ ਬਣਾ ਦਿੱਤਾ। ਤਾਹੀ ਸਮੈ ਰੇਖ ਮਾਧਵੀ ਦਵੈ ਕਰ। ਉਸ ਵੇਲੇ ਇੱਕ ਮਾਧਵੀ ਰਿਸ਼ੀ ਸੀਗਾ, ਉਹਦਾ ਨਾਂ ਸੀ ਮਾਧਵੀ। ਉਹਨੇ ਦੋਵੇਂ ਹੱਥ ਜੋੜ ਕੇ ਭਗਵਾਨ ਨੂੰ ਬੇਨਤੀ ਕੀਤੀ। ਜੋਰ ਬਿਨੈ ਪ੍ਰਭ ਸਾਥ ਉਚਰੀ। ਹੱਥ ਜੋੜ ਕੇ ਭਗਵਾਨ ਨੂੰ ਬੇਨਤੀ ਕਰਨ ਲੱਗਾ ਮਾਧਵੀ ਰਿਸ਼ੀ। ਪਾਤਰ ਸੁਦਾ ਬਖਸ਼ੋ ਮੁਝ ਕੋ। ਕਹਿਣ ਲੱਗਾ ਮਹਾਰਾਜ ਜਿਹੜੇ 14 ਰਤਨ ਨਿਕਲੇ ਨੇ ਉਹਦੇ ਵਿੱਚ ਤੁਸੀਂ ਅੰਮ੍ਰਿਤ ਵੀ ਕੱਢਿਆ, ਸਾਰਿਆਂ ਨੂੰ ਵੰਡਿਆ। ਇਹ ਜਿਹੜਾ ਅੰਮ੍ਰਿਤ ਦਾ ਭਾਂਡਾ ਹੈ ਨਾ, ਅੰਮ੍ਰਿਤ ਦਾ ਘੜਾ ਹੈ, ਮੈਨੂੰ ਦੇ ਦਿਓ, ਮੇਰੇ ਤੇ ਕਿਰਪਾ ਕਰੋ, ਇਹ ਅੰਮ੍ਰਿਤ ਦਾ ਬਾਟਾ ਮੈਨੂੰ ਬਖਸ਼ੋ। ਤੇ ਆਸਰ ਜਾਏ ਕਰਉ ਤਪ ਭਾਰੀ। ਮੈਂ ਇਸ ਅੰਮ੍ਰਿਤ ਦੇ ਘੜੇ ਦੇ ਆਸਰੇ ਜਾ ਕੇ ਤਪ ਕਰਨਾ ਚਾਹੁੰਦਾ, ਭਾਰੀ ਤਪੱਸਿਆ ਕਰਨੀ ਚਾਹੁੰਦਾ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਧ ਸੰਗਤ ਜੀ ਹਜ਼ਾਰਾਂ ਹਜ਼ਾਰਾਂ ਸਾਲ, ਲੱਖਾਂ ਲੱਖਾਂ ਸਾਲ ਰਿਸ਼ੀ ਮੁਨੀ ਤਪ ਕਰਦੇ ਸੀ। ਇਹ ਤਾਂ ਸਾਡੇ ਸਮਾਜ ਦੀ ਜਿਹੜੀ ਉਮਰ ਹੈ ਹੁਣ ਕਲਯੁਗ ਦੇ 'ਚ 100 ਵਰ੍ਹਿਆਂ ਦੀ ਹੈ। ਉਦੋਂ ਭਾਈ ਗੁਰਦਾਸ ਜੀ ਨੇ ਲਿਖਿਆ ਲੱਖ ਵਰ੍ਹਿਆਂ ਦੀ ਆਰਜਾ, ਲੱਖਾਂ ਲੱਖਾਂ ਸਾਲ ਦੀ ਉਮਰ ਹੁੰਦੀ ਸੀ। ਕਹਿਣ ਲੱਗਾ ਮੈਂ ਲੰਮੀ ਤਪੱਸਿਆ ਕਰਨੀ ਹੈ, ਮੈਨੂੰ ਤੁਸੀਂ ਅੰਮ੍ਰਿਤ ਦਾ ਘੜਾ ਦੇ ਦਿਓ। ਆਇਸ ਦੀਨਸ ਸਾਰੰਗ ਪਾਨ। ਪਰਮੇਸ਼ਰ ਜੋ ਸਾਰੰਗ ਪਾਨ, ਜਿਨ੍ਹਾਂ ਦੇ ਹੱਥ ਵਿੱਚ ਸਾਰੰਗ ਨਾਮੀ ਧਨੁਸ਼ ਹੈ, ਉਹਨੂੰ ਸਾਰੰਗ ਪਾਨ ਕਹਿੰਦੇ ਹਨ। ਉਹ ਪਰਮੇਸ਼ਰ ਜਿਹੜਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਔਰ ਸਰਬ ਸ਼ਕਤੀਮਾਨ ਹੈ, ਉਸ ਪਰਮੇਸ਼ਰ ਨੇ ਮਾਧਵੀ ਰਿਸ਼ੀ ਨੂੰ ਆਗਿਆ ਦਿੱਤੀ। ਤਪੋ ਬਨ ਏਕ ਭਇਓ ਸਮਯਾਨਾ। ਕਹਿਣ ਲੱਗੇ ਜਾ ਹੇ ਮਾਧਵੀ ਰਿਸ਼ੀ, ਇੱਕ ਐਸਾ ਤਪੋਬਨ ਹੈ, ਐਸੀ ਤਪੋ ਭੂਮੀ ਹੈ, ਉੱਥੇ ਤੂੰ ਚਲਾ ਜਾ। ਉਹਦੇ ਵਰਗੀ ਕੋਈ ਹੋਰ ਥਾਂ ਨਹੀਂ ਤਪ ਕਰਨ ਵਾਸਤੇ, ਸਭ ਤੋਂ ਸ੍ਰੇਸ਼ਟ ਪਵਿੱਤਰ ਜਗ੍ਹਾ ਹੈ। ਜਾਏ ਕਰੋ ਤਪ ਉਗਰ ਮਹਾ ਤਿਲ। ਉੱਥੇ ਜਾ ਕੇ ਮਹਾਨ ਕਠਿਨ ਤਪ ਕਰੋ। ਤੇ ਮਨ ਹੋਤ ਸੋ ਸਿੱਧ ਮਕਾਨਾ। ਉਹ ਇਹੋ ਜਿਹੀ ਥਾਂ ਹੈ, ਜੇ ਤਿਲ ਮਾਤਰ ਥੋੜਾ ਜਿਹਾ ਤਪ ਕਰੋ ਤੇ ਮਣਾ ਜਿੰਨਾ ਹੋ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਸਾਧ ਸੰਗਤ ਜੀ ਥੋੜਾ ਕੀਤਾ ਜਪ ਵੀ ਬਹੁਤ ਜ਼ਿਆਦਾ ਹੁੰਦਾ। ਕਈ ਜਗ੍ਹਾ ਹੁੰਦੀਆਂ ਤੇ ਬਹੁਤਾ ਕਰੋ, ਆਲੇ ਦੁਆਲੇ ਦਾ ਮਾਹੌਲ ਇੱਦਾਂ ਦਾ ਹੁੰਦਾ, ਮਨ ਸ਼ਾਂਤ ਨਹੀਂ ਹੁੰਦਾ। ਆਪਾਂ ਘਰ ਵੀ ਬਹਿ ਕੇ ਬਾਣੀ ਪੜ੍ਹਦੇ ਹਾਂ, ਪਰ ਜਦੋਂ ਗੁਰਦੁਆਰੇ ਆ ਕੇ ਬੈਠਦੇ ਹਾਂ ਉੱਥੇ ਜ਼ਿਆਦਾ, ਕਿਉਂਕਿ ਵਾਈਬ੍ਰੇਸ਼ਨ ਹੀ ਐਸੀ ਬਣੀ ਹੁੰਦੀ ਹੈ। ਤੋ ਇੱਕ ਜਗ੍ਹਾ ਹੈ, ਇੱਕ ਤਪੋ ਭੂਮੀ ਹੈ, ਜਿੱਥੇ ਤਿਲ ਮਾਤਰ ਥੋੜਾ ਜਿਹਾ ਤਪ ਕਰੋ ਤੇ ਮਨ ਜਿੰਨਾ ਫਲ ਮਿਲਦਾ। ਹਾਂਜੀ। ਦੇਸ਼ ਪੰਚਾਲ ਰਸਾਲ ਸਨਾਤਨ। ਉਹ ਧਰਤੀ ਪੰਜਾਬ ਦੇਸ਼, ਇਹਨੂੰ ਪੰਚਾਲ ਵੀ ਕਹਿੰਦੇ, ਪੰਜਾਬ ਵੀ ਕਹਿੰਦੇ। ਪੰਜ ਆਬ ਹੁਣ ਕਹਿੰਦੇ, ਪਹਿਲਾਂ ਪੰਚਾਲ ਕਹਿੰਦੇ ਸੀ, ਪੰਚ ਨਦ ਵੀ ਕਹਿੰਦੇ ਸੀ। 5 ਨਦੀਆਂ ਵਗਦੀਆਂ, ਪੰਚ ਨਦ। ਜਦੋਂ ਮੁਸਲਮਾਨ ਆ ਗਏ ਉਹਨਾਂ ਨੇ ਨਾਂ ਰੱਖਤਾ ਪੰਜਾਬ, ਕਿਉਂਕਿ ਆਬ ਸ਼ਬਦ ਜਿਹੜਾ ਨਾ ਉਹ ਪਾਣੀ ਵਾਸਤੇ, ਆਬ ਮੈਨੇ ਪਾਣੀ, 5 ਆਬ, ਜਿੱਥੇ 5 ਪਾਣੀ ਵਗਦੇ। ਪਹਿਲਾਂ ਪੰਚ ਨਦ, ਸੰਸਕ੍ਰਿਤ 'ਚ ਪੰਚ ਨਦ ਕਹਿੰਦੇ, 5 ਨਦੀਆਂ ਵਗਦੀਆਂ, ਦਰਿਆ ਵਗਦੇ ਸੀ, ਪੰਚ ਨਦ। ਫਿਰ ਪੰਚਾਲ ਵੀ ਕਹਿੰਦੇ ਸੀ। ਕਹਿੰਦੇ ਪੰਚਾਲ ਦੇਸ਼, ਜਿਹਨੂੰ ਪੰਜਾਬ ਦੇਸ਼ ਕਹਿੰਦੇ ਅੱਜ ਕੱਲ੍ਹ, ਭਗਵਾਨ ਕਹਿਣ ਲੱਗੇ ਉੱਥੇ ਚਲਾ ਜਾ। ਹਾਂਜੀ। ਤੀਰਥ ਰਾਜ ਸੁਦਾਸਰ ਜਾਨਾ। ਉੱਥੇ ਸਾਰੇ ਤੀਰਥਾਂ ਦਾ ਇੱਕ ਰਾਜਾ ਤੀਰਥ ਹੈ, ਉਹਦਾ ਨਾਮ ਅੰਮ੍ਰਿਤਸਰ ਹੈ। ਸੁਦਾਸਰ, ਸੁਦਾ ਮੈਨੇ ਅੰਮ੍ਰਿਤ, ਸੁਦਾ ਮਤਲਬ ਅੰਮ੍ਰਿਤ, ਸੁਦਾਸਰ ਮੈਨੇ ਅੰਮ੍ਰਿਤਸਰ। ਅੰਮ੍ਰਿਤਸਰ ਇੱਕ ਤੀਰਥ ਹੈ, ਉੱਥੇ ਜਾ ਕੇ ਤੂੰ ਤਪ ਕਰ। ਤਉ ਸੁਨ ਮਾਧਵੀ ਪਾਦ ਗਹੇ। ਇਹ ਸੁਣ ਕੇ ਮਾਧਵੀ ਰਿਸ਼ੀ ਨੇ ਮਹਾਰਾਜ ਦੇ ਚਰਨ ਫੜ ਲਏ।
ਪਰਮੇਸ਼ਰ ਦੇ ਚਰਨਾਂ ਨੂੰ ਫੜ ਲਿਆ। ਕਰੁਣਾ ਨਿਧ ਨਾਮ ਪੁਰਾ ਨ ਬਖਾਨਾ। ਤੇ ਮਾਧਵੀ ਰਿਸ਼ੀ ਕਹਿਣ ਲੱਗਾ, ਮਹਾਰਾਜ ਜੀ ਇਹ ਤੀਰਥ ਦਾ ਨਾਮ ਪਹਿਲਾਂ ਤਾਂ ਕਦੀ ਦੱਸਿਆ ਹੀ ਨਹੀਂ ਤੁਸੀਂ, ਇਸ ਤੀਰਥ ਦਾ ਕਦੀ ਜ਼ਿਕਰ ਹੀ ਨਹੀਂ ਕੀਤਾ, ਅੱਜ ਪਹਿਲੀ ਵਾਰ ਤੁਸੀਂ ਮੈਨੂੰ ਦੱਸ ਰਹੇ ਹੋ। ਮੈਂ 68 ਤੀਰਥ ਤਾਂ ਸੁਣੇ ਨੇ, ਪਰ ਜਿਹੜਾ ਇਹ ਅੰਮ੍ਰਿਤਸਰ ਹੈ ਇਹ ਆਪ ਜੀ ਨੇ ਨਹੀਂ ਦੱਸਿਆ। ਹਉ ਨਿਰਖਿਓ ਨਹਿ ਅੰਮ੍ਰਿਤ ਤੀਰਥ। ਮੈਂ ਅੰਮ੍ਰਿਤਸਰ ਤੀਰਥ ਵੇਖਿਆ ਨਹੀਂ, ਮੈਨੂੰ ਨਹੀਂ ਪਤਾ ਕਿੱਥੇ ਹੈ। ਦੇਹੋ ਦਇਆਲ ਦਿਖਾਲ ਮੁਰਾਰੀ। ਹੇ ਮੁਰਾਰੀ ਜੀ, ਹੇ ਪ੍ਰਭੂ ਜੀ, ਮੈਨੂੰ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਾਓ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਥੋੜਾ ਜਿਹਾ ਤਪ ਕਰੋ ਤੇ ਬਹੁਤ ਫਲ ਦਿੰਦੀ ਹੈ। ਉਹ ਅੰਮ੍ਰਿਤਸਰ ਕਿੱਥੇ ਹੈ? ਮੈਨੂੰ ਉਸ ਅੰਮ੍ਰਿਤਸਰ ਦੀ ਧਰਤੀ ਦੇ ਦਰਸ਼ਨ ਕਰਾ ਦਿਓ ਜੀ। ਭਗਤ ਅਧੀਨ ਪ੍ਰਵੀਨ ਚਲੇ ਜਨ। ਆਹਾ ਸਾਧ ਸੰਗਤ ਜੀ, ਉਸ ਵੇਲੇ ਭਗਵਾਨ ਮਹਾਂ ਮੋਹਣੀ ਦਾ ਰੂਪ ਧਾਰਨ ਕਰਕੇ ਖੜੇ ਸੀ ਤੇ ਵਸਤੂਆਂ ਵੰਡ ਰਹੇ ਸੀਗੇ। ਉਸ ਵੇਲੇ ਦੇਵਤਿਆਂ ਨੂੰ ਵੀ ਤੇ ਦੈਂਤਾਂ ਨੂੰ ਉਹਨਾਂ ਦੀਆਂ ਦਾਤਾਂ ਜਿਹੜੀਆਂ ਸਨ ਵੰਡ ਰਹੇ ਸੀਗੇ। ਪਰ ਜਦੋਂ ਮਾਧਵੀ ਰਿਸ਼ੀ ਨੇ ਕਿਹਾ ਨਾ ਮੈਨੂੰ ਉੱਥੇ ਦਰਸ਼ਨ ਕਰਾਓ ਅੰਮ੍ਰਿਤਸਰ ਦੇ, ਭਗਵਾਨ ਜੀ ਵਿੱਚੇ ਕੰਮ ਛੱਡ ਕੇ ਉਧਰ ਨੂੰ ਤੁਰ ਪਏ। ਹਾਂਜੀ, ਦੀਨ ਪੈ ਧਾਰ ਮਾਇਆ ਬਨਵਾਰੀ। ਭਗਵਾਨ ਜੀ ਜੋ ਸਾਰੀ ਦੁਨੀਆ ਦੇ ਮਾਲਕ ਹਨ, ਦੀਨਾਂ ਤੇ ਦਇਆ ਕਰਨ ਵਾਲੇ ਹਨ, ਆਪਣੇ ਭਗਤ ਦੀ ਆਪਣੇ ਸੇਵਕ ਦੀ ਅਰਦਾਸ ਸੁਣ ਕੇ ਆਪਣੇ ਸੇਵਕ ਹੀ ਆਪੇ ਰਾਖੈ ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾ ਵੈ। ਜਿੱਦਾਂ ਕੋਈ ਭਗਤ ਉਹਨਾਂ ਦਾ ਪਿਆਰਾ ਸੇਵਾਦਾਰ ਸੇਵਾ ਕਰਦਾ ਪਰਮੇਸ਼ਰ ਦੀ, ਉਹ ਦਇਆ ਕਰ ਦਿੰਦੇ ਆ। ਮਾਧਵੀ ਰਿਸ਼ੀ ਤੇ ਦਇਆ ਕਰਕੇ ਭਗਵਾਨ ਜੀ ਨਾਲ ਤੁਰ ਪਏ। ਬਾਹਨ ਬਾਮ ਵਿਸਾਰ ਸਭਾ ਸੁਰ। ਕਹਿੰਦੇ ਆਪਣੇ ਗਰੜ ਨੂੰ ਵੀ ਨਾਲ ਲੈ ਕੇ ਨਹੀਂ ਗਏ, ਆਪਣੀ ਸਵਾਰੀ ਨੂੰ, ਆਪਣੀ ਇਸਤਰੀ ਲక్ష్ਮੀ ਬਾਮ ਕਹਿੰਦੇ ਘਰ ਵਾਲੀ ਨੂੰ ਵੀ ਨਹੀਂ ਨਾਲ ਲੈ ਕੇ ਗਏ, ਦੇਵਤਿਆਂ ਦੀ ਸਭਾ ਨੂੰ ਵੀ ਨਾਲ ਨਹੀਂ ਲੈ ਕੇ ਗਏ, ਇਕੱਲੇ ਹੀ ਤੁਰ ਪਏ। ਬਾਰਜ ਲੋਚਨ ਸ੍ਰੀ ਗਿਰਧਾਰੀ। ਜਿਨ੍ਹਾਂ ਦੀਆਂ ਅੱਖਾਂ ਕਮਲ ਵਰਗੀਆਂ ਸੋਹਣੀਆਂ ਹਨ, ਬਾਰਜ ਲੋਚਨ, ਕਮਲ ਦੇ ਫੁੱਲ ਵਰਗੇ ਸੋਹਣੇ ਨੇਤਰ ਹਨ ਭਗਵਾਨ ਦੇ। ਬੜੇ ਹੀ ਸੁੰਦਰ ਸਰੂਪ ਤੇਰੇ ਬੰਕੇ ਲੋਇਣ ਦੰਤ ਰਿਸਾਲਾ। ਸੋਹਣੇ ਨੱਕ ਜਿਨ ਲੰਮੜੇ ਵਾਲਾ। ਐਸੇ ਸੋਹਣੇ ਸਰੂਪ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੁਰ ਪਏ। ਦੇਖ ਸਭੈ ਸੁਰ ਬ੍ਰਿੰਦ ਯਹ ਬਿਦ। ਕਹਿੰਦੇ ਜਦੋਂ ਦੇਵਤਿਆਂ ਨੇ ਦੇਖਿਆ ਵੀ ਭਗਵਾਨ ਜੀ ਇਕੱਲੇ ਹੀ ਤੁਰੇ ਜਾਂਦੇ, ਨਾ ਕੋਈ ਸੇਵਾਦਾਰ ਨਾਲ ਲਿਆ, ਨਾ ਆਪਣੀ ਸਵਾਰੀ ਗਰੜ ਲਈ, ਨਾ ਆਪਣੇ ਘਰ ਵਾਲੇ ਨੂੰ ਨਾਲ ਲਿਆ ਲక్ష్ਮੀ ਨੂੰ, ਇਕੱਲੇ ਤੁਰ ਪਏ ਹਨ। ਦੇਵਤੇ ਦੇ ਸਾਰੇ ਹੈਰਾਨ ਹੋ ਗਏ। ਰੌਰ ਪਰੀ ਚਲੇ ਉਹ ਛਵ ਭਾਰੀ। ਕਹਿੰਦੇ ਸਾਰੇ ਰੌਲਾ ਪੈ ਗਿਆ ਵੀ ਭਗਵਾਨ ਜੀ ਕਿੱਧਰ ਚੱਲੇ ਹਨ। ਚੌਪਈ ਸੁਰ ਆਸੁਰ ਸੰਗ ਆਏ ਸ੍ਰੀ ਬਾਰ। ਕਹਿੰਦੇ ਦੇਵਤੇ ਵੀ ਪਿੱਛੇ ਤੁਰ ਪਏ, ਭਗਵਾਨ ਤੁਰੇ ਜਾਂਦੇ, ਦੇਵਤੇ ਵੀ ਪਿੱਛੇ ਤੁਰ ਪਏ, ਨਾਲ ਦੈਂਤ ਵੀ ਤੁਰ ਪਏ। ਦੇਵਤਿਆਂ ਦੇ ਦੈਂਤਾਂ ਦੇ ਸਮੇਤ ਮਹਾਰਾਜ ਜੀ ਇੱਥੇ ਆ ਗਏ। ਸੁਦਾ ਸਰੋਵਰ ਦੇਖਤ ਭੇਸੁਰ। ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ। ਇਹ ਸਾਧ ਸੰਗਤ ਜੀ ਹੁਣ ਪ੍ਰਗਟ ਹੋ ਗਿਆ, ਪਹਿਲਾਂ ਇਹ ਗੁਪਤ ਸੀਗਾ। ਦੁਨੀਆ ਦੀ ਕੋਈ ਵੀ ਚੀਜ਼ ਗੁਪਤ ਤੋਂ ਪ੍ਰਗਟ ਤਾਂ ਹੋ ਸਕਦੀ ਹੈ, ਪਰ ਇਹ ਨਹੀਂ ਹੈ ਵੀ ਹੋਵੇ ਨਾ। ਪਹਿਲਾਂ ਆਪਾਂ ਅੱਜ ਪ੍ਰਗਟ ਹੋਏ ਆ, ਮਾਂ ਬਾਪ ਦੇ ਪੇਟ ਤੋਂ ਜਨਮ ਲਿਆ, ਪਰ ਸਾਡਾ ਬੀਜ ਲੱਖਾਂ ਸਾਲਾਂ ਤੋਂ ਪਿੱਛੋਂ ਚੱਲਿਆ ਆ ਰਿਹਾ ਹੈ। ਬੀਜ ਰੂਪ 'ਚ ਸਾਰੇ ਮੌਜੂਦ ਹੁੰਦੇ ਆ। ਟਾਈਮ ਹੁੰਦਾ ਪ੍ਰਗਟ ਹੋਣ ਦਾ। ਉਹ ਸਮਾਂ ਆਇਆ ਜਦੋਂ ਸ੍ਰੀ ਅੰਮ੍ਰਿਤਸਰ ਪ੍ਰਗਟ ਹੋਣਾ ਸੀ, ਗੁਰੂ ਰਾਮਦਾਸ ਮਹਾਰਾਜ ਇੱਥੇ ਆਏ, ਉਦੋਂ ਇਹ ਪ੍ਰਗਟ ਹੋਇਆ। ਪਰ ਹੈ ਇਹ ਪੁਰਾਤਨ ਸੂਖਮ ਰੂਪ ਵਿੱਚ। ਇੱਥੇ ਫਿਰ ਮਾਧਵੀ ਰਿਸ਼ੀ ਨੂੰ ਲੈ ਕੇ ਪਰਮੇਸ਼ਰ ਜੀ ਆ ਗਏ। ਸ੍ਰੀ ਪਤ ਸ੍ਰੀ ਹਰਮੰਦਰ ਰਾਜੈ। ਆਹਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ੍ਰੀ ਹਰਮੰਦਰ ਸਾਹਿਬ ਸੋਭਾ ਪਾ ਰਿਹਾ ਨਾ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਤਿਗੁਰੂ ਜੀ ਦਾ। ਰਮਾ ਸਹਿਤ ਸਿੰਘਾਸਨ ਛਾਜੈ। ਇੱਥੇ ਮਹਾਰਾਜ ਅਕਾਲ ਪੁਰਖ ਜੀ ਆਪਣੀ ਮਾਇਆ ਦੇ ਸਮੇਤ ਆਪਣੇ ਸਿੰਘਾਸਣ ਤੇ ਵਿਰਾਜਮਾਨ ਹਨ। ਮਾਇਆ ਲక్ష్ਮੀ ਚਰਨਾਂ 'ਚ ਖੜੀ ਹੈ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਜੋਤ ਸਰੂਪ ਅਕਾਲ ਪੁਰਖ ਜੀ ਹਨ। ਬਾਕੀ ਜਿੰਨਾ ਬਾਹਰ ਮਟੀਰੀਅਲ ਹੈ ਮਾਇਆ ਹੈ। ਆਖੋ ਸ੍ਰੀ ਵਾਹਿਗੁਰੂ। ਜੋਤ ਸਰੂਪ ਵਿੱਚ ਅਕਾਲ ਪੁਰਖ ਜੀ ਬਿਰਾਜੇ ਹਨ, ਬਾਕੀ ਆਲਾ ਦੁਆਲਾ ਸਾਰਾ ਮਾਇਆ ਹੈ। ਮਾਇਆ ਚਰਨਾਂ 'ਚ ਖੜੀ ਹੈ। ਇਹ ਬੜੀ ਸੂਖਮ ਖੇਡ ਹੈ।
ਜਦੋਂ ਤੁਸੀਂ ਧਿਆਨ ਲਾ ਕੇ ਸਿਮਰਨ ਕਰਦੇ ਹੋ, ਵਾਹਿਗੁਰੂ 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 ਅੰਤਰਮੁਖੀ ਬਿਰਤੀ ਹੋਵੇਗੀ, ਆਤਮ ਪ੍ਰਗਾਸ਼ ਹੋਵੇਗਾ। ਫਿਰ ਇਹ ਪਤਾ ਲੱਗੇਗਾ ਕਿਸ ਤਰ੍ਹਾਂ ਮਹਾਰਾਜ ਦੇ ਦਰਬਾਰ 'ਚ ਲక్ష్ਮੀ ਮਾਇਆ ਸੇਵਾ ਕਰ ਰਹੀ, ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਤੱਖ ਕਲਾ ਵਰਤ ਰਹੀ ਹੈ। ਹਾਂਜੀ, ਪੂਰਬ ਮੁਖ ਹਰ ਗਿਰਾ ਉਚਾਰੀ, ਕਹਿੰਦੇ ਪੂਰਬ ਵਾਲੇ ਪਾਸੇ ਮੂੰਹ ਕੀਤਾ, ਮਹਾਰਾਜ ਅਕਾਲ ਪੁਰਖ ਜੀ ਬੋਲੇ। ਸੁਨ ਮਾਧਵ ਰੇਖ ਬ੍ਰਹਮਾਚਾਰੀ, ਮਹਾਰਾਜ ਕਹਿਣ ਲੱਗੇ ਮਾਧਵੀ ਰਿਸ਼ੀ ਸੁਣ, ਤੂੰ ਬ੍ਰਹਮਚਾਰੀ ਹੈ, ਸਾਧੂ ਹੈ, ਤਪਸਵੀ ਹੈ। ਬ੍ਰਹਮ ਦਾ ਆਚਰਨ ਕਰਨ ਵਾਲੇ ਨੂੰ ਬ੍ਰਹਮਾਚਾਰੀ ਕਹਿੰਦੇ। ਕਈ ਤਾਂ ਲੋਕ ਇਹ ਸਮਝਦੇ ਆ ਵੀ ਜਿਹੜਾ ਵਿਆਹ ਨਾ ਹੋਵੇ ਉਹ ਬੰਦਾ ਬ੍ਰਹਮਚਾਰੀ ਹੁੰਦਾ। ਇਹ ਵੀ ਠੀਕ ਹੈ, ਪਰ ਉਹ ਇੱਕ ਸਟੈਪ ਹੈ। ਜੇ ਕਿਸੇ ਦਾ ਵਿਆਹ ਨਹੀਂ ਹੋਇਆ ਤੇ ਉਹ ਪੂਰਾ ਬ੍ਰਹਮਚਾਰੀ ਬਣ ਜਾਏ, ਜ਼ਰੂਰੀ ਤਾਂ ਨਹੀਂ। ਬ੍ਰਹਮ ਦਾ ਜੋ ਆਚਰਨ ਕਰੇ, ਜੋ ਬ੍ਰਹਮ ਨੂੰ ਹੀ ਆਪਣੇ ਚਿੰਤਨ ਵਿੱਚ ਲਿਆਵੇ, ਜਿਹਦੀਆਂ ਅੱਖਾਂ, ਕੰਨ, ਨੱਕ, ਸਾਰਾ ਸਰੀਰ ਬ੍ਰਹਮ ਦੇ ਸਮਰਪਣ ਹੋ ਜਾਵੇ, ਉਹ ਬ੍ਰਹਮ ਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਰਹੇ, ਉਹਨੂੰ ਕਹਿੰਦੇ ਬ੍ਰਹਮਚਾਰੀ। ਹਾਂਜੀ, ਇਹ ਸੁਖ ਦੁਖ ਭੰਜਨ ਮਾਈ, ਹੇ ਮਾਧਵੀ ਰਿਸ਼ੀ ਸੁਣ, ਆਹ ਦੁੱਖ ਭੰਜਨੀ ਬੇਰੀ ਹੈ, ਇਹ ਬੜੇ ਦੁੱਖਾਂ ਨੂੰ ਦੂਰ ਕਰੇਗੀ। ਕਲਯੁਗ ਦਾ ਸਮਾਂ ਆਵੇਗਾ, ਇਹਦੇ ਥੱਲੇ ਜਿਹੜੇ ਕਲਯੁਗੀ ਜੀਵ ਪਾਪਾਂ ਦੇ ਨਾਲ ਦੁਖੀ ਹੋ ਕੇ ਇਸ਼ਨਾਨ ਕਰਨਗੇ, ਉਹਨਾਂ ਦੇ ਦੁੱਖ ਕੱਟੇ ਜਾਣਗੇ। ਸਾਧ ਸੰਗਤ ਜੀ, ਦੁੱਖ ਭੰਜਨੀ ਬੇਰੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ੋਭਾ ਹੋ ਰਹੀ ਹੈ। ਬੀਬੀ ਰਜਨੀ ਦਾ ਪਤੀ ਇੱਥੇ ਹੀ ਠੀਕ ਹੋਇਆ ਸੀ, ਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਤੇ ਸਾਰਾ ਅੰਮ੍ਰਿਤਸਰ ਸਰੋਵਰ ਪ੍ਰਗਟ ਹੋਇਆ ਸੀ। ਪਹਿਲਾਂ ਇਹ ਗੁਪਤ ਸੀ। ਹਾਂਜੀ, ਤ੍ਰਿਵਿਧ ਤਾਪ ਹਰਨੀ ਸੁਖਦਾਈ, ਇਹ ਦੁੱਖ ਭੰਜਨੀ ਬੇਰੀ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਇਹ ਤਿੰਨਾਂ ਤਰ੍ਹਾਂ ਦੇ ਤਾਪ ਕੱਟਦੀ। ਤਿੰਨ ਤਰ੍ਹਾਂ ਦੇ ਤਾਪ ਹੁੰਦੇ, ਇੱਕ ਸਰੀਰਕ ਤਾਪ ਹੁੰਦੇ ਆ, ਇੱਕ ਮਾਨਸਿਕ ਹੁੰਦੇ ਆ, ਇੱਕ ਸਮਾਜਿਕ ਹੁੰਦੇ। ਭਾਵਨਾ ਨਾਲ, ਸ਼ਰਧਾ ਨਾਲ ਕੋਈ ਇਸ਼ਨਾਨ ਕਰੇ, ਅੱਜ ਵੀ ਹਜ਼ਾਰਾਂ ਲੋਕ ਉੱਥੋਂ ਠੀਕ ਹੁੰਦੇ। ਦੁੱਖ ਭੰਜਨੀ ਦਾ ਨਾਮ ਐਵੇਂ ਨਹੀਂ ਦੁੱਖ ਭੰਜਨੀ, ਹੁਣ ਵੀ ਅੰਨਿਆਂ ਨੂੰ ਅੱਖਾਂ ਤੱਕ ਮਿਲੀਆਂ ਉੱਥੋਂ, ਕੋੜਿਆਂ ਦੇ ਕੋੜ ਠੀਕ ਹੋਏ ਉੱਥੋਂ। ਤੇ ਸਾਧ ਸੰਗਤ ਜੀ, ਬੇਅੰਤ ਕਲਾ ਵਰਦੀ, ਕਦੀ ਫਿਰ ਇਹਦੀ ਕਥਾ ਕਰਾਂਗੇ ਵਿਸਥਾਰ ਦੇ ਨਾਲ। ਬਹੁਤ ਪ੍ਰਸੰਗ ਹਨ ਇਸ ਵੇਲੇ ਸੁਰਤੀ 'ਚ ਆ ਵੀ ਰਹੇ ਨੇ ਵੀ ਕਿਹਨਾਂ ਕਿਹਨਾਂ 'ਤੇ ਕਿਰਪਾ ਹੋਈ, ਕਿਵੇਂ ਕਿਵੇਂ ਕਿਰਪਾ ਹੋਈ। ਅਕਾਲ ਪੁਰਖ ਜੀ ਕਹਿੰਦੇ ਇਹ ਦੁੱਖ ਭੰਜਨੀ ਮਾਈ ਖੜੀ ਹੈ, ਦੁੱਖ ਭੰਜਨੀ ਬੇਰੀ, ਇਹ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਸਾਰਿਆਂ ਦੇ ਦੁੱਖ ਦੂਰ ਕਰੇਗੀ। ਹਾਂਜੀ, ਮਦ ਮਹਾ ਤੀਰਥ ਮੁਨ ਰਾਜਾ, ਔਰ ਵਿਚਕਾਰ ਇਹ ਤੀਰਥਾਂ ਦਾ ਵੱਡਾ ਰਾਜਾ ਤੀਰਥ ਅੰਮ੍ਰਿਤਸਰ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਗੁਰੂ ਅਮਰਦਾਸ ਜੀ ਦੇ ਬਚਨ ਹਨ। ਇਹਦੇ ਪ੍ਰਥਾਏ ਪਹਿਲਾਂ ਹੀ ਕਹਿਤਾ ਸੀ ਕਿ ਇੱਥੇ ਅੰਮ੍ਰਿਤਸਰ ਬਣੇਗਾ ਜਿਹੜਾ ਸਿਫਤੀ ਦਾ ਘਰ ਹੋਵੇਗਾ, ਜਿੱਥੇ ਵਾਹਿਗੁਰੂ ਦੀ ਸਿਫਤ ਹੋਵੇਗੀ, ਹਰ ਵੇਲੇ ਕੀਰਤਨ ਹੋਵੇਗਾ। ਹਾਂਜੀ, ਗੋਪ ਪਦਾਰਥ ਮਮ ਉਪਰਾਜਾ, ਅਕਾਲ ਪੁਰਖ ਜੀ ਕਹਿੰਦੇ ਗੁਪਤ ਚੀਜ਼ ਸੀ ਜਿਹੜੀ ਅਸੀਂ ਪ੍ਰਗਟ ਕਰ ਦਿੱਤੀ ਹੈ। ਧਨੁਸ਼ ਧਨੁਸ਼ ਪ੍ਰਤ ਸੁਰ ਬੈਠਾਰੇ, ਕਹਿੰਦੇ ਇੱਥੇ ਚੱਪੇ ਚੱਪੇ ਤੇ ਧਨੁਸ਼ 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 ਕਹਿੰਦੇ ਆ 6 ਫੁੱਟ ਦੀ ਜਗ੍ਹਾ ਨੂੰ 5 ਫੁੱਟ 6 ਫੁੱਟ ਦਾ ਧਨੁਸ਼ ਹੁੰਦਾ, ਨਾਲ 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 ਕਹਿੰਦੇ ਇੱਥੇ ਸਾਰੇ ਹੀ ਦੇਵਤੇ, ਸਾਰੀਆਂ ਸ਼ਕਤੀਆਂ ਅਕਾਲ ਪੁਰਖ ਦੀਆਂ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਸੇਵਾ ਕਰਨ ਵਾਸਤੇ। ਅਬ ਅੰਤਰ ਤਿਨ ਕੇ ਅਨੁਸਾਰੇ, ਸਾਰੇ ਮਾਰੇ ਅਕਾਲ ਪੁਰਖ ਦੀ ਆਗਿਆ ਵਿੱਚ ਤੁਰਨਗੇ, ਕਿਉਂਕਿ ਸਭ ਤੋਂ ਵੱਡਾ ਦੀਵਾਨ ਦੇਵ, ਉਪਮਾ ਮਹਾਨ, ਉਹ ਅਕਾਲ ਪੁਰਖ ਦਾ ਸਰੂਪ ਹੈ। ਉਹਦੇ ਭੈ ਵਿੱਚ ਹੀ ਦੇਵਤੇ ਹਨ। ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ, ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋਂ ਸਾਧ ਵਿਚਾਰੇ। ਇਹ ਦੇਵਤੇ ਵੀ ਮਹਾਰਾਜ ਪਰਮੇਸ਼ਰ ਦੀ ਸਿਫਤ ਗਾਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਬੈਠੇ ਗੁਰੂ ਪਰਮੇਸ਼ਰ ਦੀਆਂ ਖੁਸ਼ੀਆਂ ਲੈਣ ਦਾ ਯਤਨ ਕਰਦੇ ਹਨ। ਜਲ ਮੈਂ ਬਸ ਹੈ 68 ਤੀਰਥ, ਇਹ ਸਰੋਵਰ ਦੇ ਵਿੱਚ 68 ਤੀਰਥ ਵਸਣਗੇ ਆ ਕੇ। 68 ਤੀਰਥਾਂ ਦੀ ਜਿਹੜੀ ਸ਼ਕਤੀ ਹੈ, ਉਹਨਾਂ ਦੀ ਜੋ ਅਭਿਮਾਨੀ ਸ਼ਕਤੀ ਹੈ, ਦੇਵਤੇ ਹਨ ਜਿਹੜੇ, ਉਹ ਇਹਦੇ 'ਚ ਆ ਕੇ ਇਸ਼ਨਾਨ ਕਰਦੇ ਹਨ। 68 ਤੀਰਥਾਂ ਦਾ ਰਾਜਾ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਹੈ। ਇਨ ਮੈਂ ਧਰੋ ਸੁਦਾ ਸੁਰ ਸਮਰਥ, ਹਾਂ, ਇਹਦੇ ਵਿੱਚ ਅੰਮ੍ਰਿਤ ਰੱਖ ਦਿਓ ਮਾਧਵੀ ਰਿਸ਼ੀ। ਕਲਯੁਗ ਦਾ ਸਮਾਂ ਆਵੇਗਾ, ਇਹ ਅੰਮ੍ਰਿਤ ਪ੍ਰਗਟ ਹੋਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਵੇਗਾ। ਉਹਨਾਂ ਦੀ ਚੌਥੀ ਜੋਤ ਗੁਰੂ ਰਾਮਦਾਸ ਜੀ ਨੂੰ ਪ੍ਰਗਟ ਕਰ ਦੇਣਗੇ। ਹਾਂਜੀ, ਇਨ ਟਿਕ ਬੈਠ ਕਰੋ ਤਪ ਭਾਰੀ। ਇਸ ਦੁਖ ਭਜਨੀ ਬੇਰੀ ਦੇ ਲਾਗੇ ਇੱਥੇ ਬੈਠ ਕੇ ਤੂੰ ਤਪ ਕਰ, ਬੰਦਗੀ ਕਰ, ਸਿਮਰਨ ਕਰ। ਜਦੋਂ ਸਮਾਂ ਆਵੇਗਾ ਇਹ ਤੀਰਥ ਪ੍ਰਗਟ ਹੋਵੇਗਾ। ਇਹ ਮਮ ਸਦਨ ਸਨਾਤਨ ਚਾਰੀ। ਇਹ ਸਾਡਾ ਪੁਰਾਤਨ ਤੀਰਥ ਹੈ। ਸਭ ਤੋਂ ਪਹਿਲਾ ਇਹਦਾ ਟਾਈਮ ਮੀਡ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਸਮੇਂ ਤੋਂ ਪਰੇ ਦੀ ਖੇਡ ਹੈ। ਅਕਾਲ ਪੁਰਖ ਦਾ ਅਗੰਮੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹੈ। ਸਭ ਤੇ ਗੋਪ ਤੋਹੇ ਪ੍ਰਗਟਾਇਓ। ਹੇ ਮਾਧਵੀ ਰਿਸ਼ੀ, ਸਾਰਿਆਂ ਤੋਂ ਗੁਪਤ ਸੀਏ, ਅਸੀਂ ਤੇਰੇ ਵਾਸਤੇ ਪ੍ਰਗਟ ਕੀਤਾ ਵੀ ਤੂੰ ਇੱਥੇ ਬਹਿ ਕੇ ਤਪ ਕਰੇਗਾ, ਤੇਰਾ ਭਲਾ ਹੋਵੇਗਾ ਤੇ ਦੁਨੀਆ ਦਾ ਵੀ ਭਲਾ ਹੋਵੇਗਾ। ਯਾ ਤੀਰਥ ਫਲ ਸ੍ਰੀ ਮੁਖ ਗਾਇਓ। ਇਸ ਤਰ੍ਹਾਂ ਮਾਰੇ ਅਕਾਲ ਪੁਰਖ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਦੀ ਮਹਿਮਾ ਆਪਣੀ ਰਸਨਾ ਤੋਂ ਬਿਆਨ ਕੀਤੀ ਹੈ। ਧਰਮ ਅਰਥ ਕਾਮੂ ਅਰ ਮੋਖੂ। ਚਾਰ ਪਦਾਰਥ ਹੁੰਦੇ ਨੇ ਦੁਨੀਆ ਤੇ। ਪਹਿਲਾ ਧਰਮ, ਦੂਜਾ ਅਰਥ, ਤੀਜਾ ਕਾਮ, ਚੌਥਾ ਮੋਕਸ਼। ਧਰਮ ਦਾ ਮਤਲਬ ਹੈ ਵੀ ਜ਼ਿੰਦਗੀ ਕਿਵੇਂ ਜੀਣੀ ਹੈ, ਕਿਹੜੇ ਅਸੂਲ ਧਾਰਨ ਕਰਨੇ ਹਨ, ਕਿਹੜੇ ਕੰਮ ਕਰਨੇ ਨੇ, ਕਿਹੜੇ ਨਹੀਂ ਕਰਨੇ, ਇਹ ਧਰਮ ਦੱਸਦਾ। ਪੁੱਤਰ ਦਾ ਧਰਮ ਕੀ ਹੈ, ਪਿਓ ਦਾ ਧਰਮ ਕੀ ਹੈ, ਮਾਂ ਦਾ ਧਰਮ ਕੀ ਹੈ, ਭੈਣ ਦਾ ਧਰਮ ਕੀ ਹੈ, ਭਰਾ ਦਾ ਧਰਮ ਕੀ ਹੈ। ਇੱਕ ਕਸਟਮਰ ਦਾ ਧਰਮ ਕੀ ਹੈ, ਇੱਕ ਦੁਕਾਨਦਾਰ ਦਾ ਧਰਮ ਕੀ ਹੈ, ਇੱਕ ਸਰਕਾਰ ਦਾ, ਰਾਜੇ ਦਾ ਧਰਮ ਕੀ ਹੈ, ਉਹਦੀ ਪਬਲਿਕ ਦਾ ਧਰਮ ਕੀ ਹੈ। ਹਰ ਬੰਦੇ ਦਾ ਕੋਈ ਨਾ ਕੋਈ ਧਰਮ ਹੈ, ਉਹਦੀ ਜ਼ਿੰਮੇਵਾਰੀ ਹੈ, ਡਿਸਿਪਲਿਨ ਹੈ। ਆ ਸਾਰੇ ਆਪਾਂ ਧਰਮ ਦੇ ਬੱਝੇ ਹੀ ਚੱਲ ਰਹੇ ਹਾਂ, ਲਾ ਦੇ ਮੁਤਾਬਕ। ਇਹਨੂੰ ਧਰਮ ਕਹਿੰਦੇ। ਧਾਰਨ ਕਰਨ ਵਾਲੀਆਂ ਚੀਜ਼ਾਂ, ਧਾਰਨ ਕਰਨ ਵਾਲੇ ਅਸੂਲ, ਧਾਰਨ ਕਰਨ ਵਾਲੀਆਂ ਗੱਲਾਂ, ਉਹਨੂੰ ਧਰਮ ਕਹਿੰਦੇ ਆ। ਅਰਥ ਲੋੜ ਹੈ, ਰੋਟੀ ਦੀ, ਕੱਪੜੇ ਦੀ, ਮਕਾਨ ਦੀ, ਆਉਣ ਜਾਣ ਲਈ ਗੱਡੀ ਕਾਰ ਚਾਹੀਦੀ ਹੈ। ਉਹ ਜਿੰਨਾ ਵੀ ਪੈਸੇ ਨਾਲ ਸਮਾਨ ਖਰੀਦਿਆ ਜਾਂਦਾ ਉਹਨੂੰ ਅਰਥ ਕਹਿੰਦੇ। ਘਰ ਦੀ ਸੂਈ ਤੱਕ ਵੀ ਅਰਥ ਵਿੱਚ ਆਉਂਦੀ ਹੈ। ਵੱਡੇ ਤੋਂ ਵੱਡਾ ਸਾਰਾ ਖਾਣ ਪੀਣ ਦਾ, ਰਹਿਣ ਸਹਿਣ ਦਾ, ਆਉਣ ਜਾਣ ਦਾ ਜੋ ਵੀ ਖਰਚਾ ਹੁੰਦਾ ਉਹ ਅਰਥ ਹੈ। ਤੁਸੀਂ ਬਿਜ਼ਨਸ ਕਰੋ, ਖੇਤੀ ਕਰੋ, ਨੌਕਰੀ ਕਰੋ, ਦੁਕਾਨਦਾਰੀ ਕਰੋ, ਉਹ ਅਰਥ ਸਿਸਟਮ ਚੱਲਦਾ ਉਹਦੇ ਨਾਲ। ਤੇ ਤੀਜਾ ਹੈ ਕਾਮ, ਕਾਮਨਾ, ਇੱਛਾ। ਉੱਥੋਂ ਅਸੀਂ ਪੈਦਾ ਹੋਏ ਹਾਂ, ਉਹਦੇ ਨਾਲ ਸਾਡੀ ਸੰਤਾਨ ਪੈਦਾ ਹੁੰਦੀ ਹੈ, ਸੰਸਾਰ ਅੱਗੇ ਚੱਲਦਾ। ਜੇ ਕਾਮ ਨਾ ਹੋਵੇ ਇਹ ਸੰਸਾਰ ਵੀ ਨਾ ਹੋਵੇ। ਚੌਥਾ ਪਦਾਰਥ ਹੈ ਮੋਕਸ਼। ਮਰਨ ਤੋਂ ਬਾਅਦ ਮੁਕਤੀ ਚਾਹੀਦੀ ਹੈ। ਮਰਨ ਤੋਂ ਬਾਅਦ ਸਾਡੀ ਆਤਮਾ ਇੱਧਰ ਉੱਧਰ ਨਾ ਭਟਕੇ, ਉਸ ਪਰਮਾਤਮਾ 'ਚ ਲੀਨ ਹੋ ਜਾਵੇ। ਇਹ ਆਤਮਾ ਕਿਸੇ ਟਿਕਾਣੇ ਲੱਗ ਜਾਵੇ, ਉਹਨੂੰ ਕਹਿੰਦੇ ਮੁਕਤੀ। ਚਾਰ ਚੀਜ਼ਾਂ ਨੇ, ਚਾਰੇ ਹੀ ਚੀਜ਼ਾਂ ਚਾਰੇ ਦਰਵਾਜ਼ਿਆਂ ਤੋਂ ਹਰਿਮੰਦਰ ਸਾਹਿਬ ਤੋਂ ਮਿਲ ਜਾਂਦੀਆਂ। ਆਖੋ ਸ੍ਰੀ ਵਾਹਿਗੁਰੂ। ਚਾਰ ਦਰਵਾਜ਼ੇ ਨੇ। ਧਰਮ ਵੀ ਇੱਥੋਂ ਮਿਲਦਾ, ਅਰਥ ਵੀ ਇੱਥੋਂ ਮਿਲਦਾ, ਕਾਮ ਦੀ ਵੀ ਇੱਥੋਂ ਇੱਛਾ ਪੂਰੀ ਹੁੰਦੀ ਹੈ। ਜੇ ਕੋਈ ਕਵੇ ਮੇਰੇ ਘਰ ਪੁੱਤਰ ਨਹੀਂ, ਉਹਨੂੰ ਮਹਾਰਾਜ ਪੁੱਤ ਦੇ ਦਿੰਦੇ ਆ। ਜੇ ਕਵੇ ਮੇਰੇ ਕੋਲ ਰੋਟੀ ਕੱਪੜਾ ਕੋਈ ਨਹੀਂ, ਮਹਾਰਾਜ ਨੂੰ ਅਰਥ ਦੇ ਦਿੰਦੇ ਆ। ਜੇ ਕੋਈ ਕਹੇ ਮੈਨੂੰ ਧਰਮ ਦੀ ਜ਼ਿੰਦਗੀ, ਚੰਗੀ ਲਾਈਫ, ਵਧੀਆ ਜੀਣ ਦਾ ਢੰਗ ਦੱਸੋ, ਤੇ ਮਹਾਰਾਜ ਉਹਨੂੰ ਜ਼ਿੰਦਗੀ ਜੀਣ ਦਾ ਢੰਗ ਦੱਸ ਦਿੰਦੇ ਆ। ਤੇ ਜਿਹੜਾ ਕਵੇ ਮੈਨੂੰ ਮੁਕਤੀ ਦੇ ਦਿਓ, ਬ੍ਰਹਮ ਗਿਆਨ ਕਰਾ ਕੇ ਉਹਨੂੰ ਮੁਕਤੀ ਵੀ ਦੇ ਦਿੰਦੇ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ। ਚਾਰਾਂ ਦਰਵਾਜ਼ਿਆਂ ਤੋਂ ਚਾਰੇ ਹੀ ਪਦਾਰਥ ਵੰਡਦੇ ਗੁਰੂ ਰਾਮਦਾਸ। ਹਾਂਜੀ। ਮਨ ਬਚ ਕ੍ਰਮ ਅਗ ਕਲ ਹਰ ਦੁਖ। ਕਹਿੰਦੇ ਕਲਯੁਗ ਦੇ ਪਾਪ ਜਿਹੜੇ ਨੇ, ਬੜੇ ਬੱਜਰ ਪਾਪ, ਉਹ ਮਨ ਕਰਕੇ ਵੀ ਕੀਤੇ ਹੋਣ, ਭਾਵੇਂ ਤਨ ਕਰਕੇ ਕੀਤੇ ਹੋਣ, ਭਾਵੇਂ ਬਾਣੀ ਬਚਨਾ ਕਰਕੇ ਕੀਤੇ ਹੋਣ। ਤਿੰਨ ਤਰ੍ਹਾਂ ਪਾਪ ਹੁੰਦੇ ਸਾਧ ਸੰਗਤ ਜੀ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਇੱਥੇ ਬੈਠੇ ਆਪਾਂ ਸੋਚੀ ਜਾਈਏ ਫਲਾਣਾ ਬੰਦਾ ਮਰ ਜਾਏ, ਉਹਦਾ ਆਹ ਹੋ ਜੇ, ਉਹਨੂੰ ਘਾਟਾ ਪੈ ਜੇ, ਉਹਦਾ ਨੁਕਸਾਨ ਹੋ ਜੇ, ਇਹ ਕਹਿੰਦੇ ਮਨ ਦਾ ਪਾਪ ਹੈ। ਮਨ 'ਚ ਕੋਈ ਵੀ ਬੁਰਾਈ, ਬੁਰਾ ਖਿਆਲ ਆਏ ਨਾ, ਮਨ ਦਾ ਪਾਪ ਹੈ। ਚੋਰੀ ਕਰ ਲਵਾਂ, ਯਾਰੀ ਕਰ ਲਵਾਂ, ਉਹ ਮਨ 'ਚ ਆ ਜਾਵੇ, ਉਹ ਵੀ ਪਾਪ ਹੈ। ਮਨ ਦਾ ਪਾਪ ਹੈ। ਫਿਰ ਬਚਨ ਦਾ ਪਾਪ ਹੈ। ਮੂੰਹ ਤੋਂ ਬੋਲ ਕੇ ਕਿਸੇ ਦਾ ਦਿਲ ਦੁਖਾ ਦੇਣਾ, ਕਿਸੇ ਨੂੰ ਗਾਲ ਕੱਢ ਦੇਣੀ, ਕਿਸੇ ਨੂੰ ਕਿਸੇ ਦੀ ਚੁਗਲੀ ਕਰਕੇ ਕੰਮ ਵਿਗਾੜ ਦੇਣਾ,
ਕਿਸੇ ਦਾ ਰਿਸ਼ਤਾ ਹੋ ਰਿਹਾ ਹੋਵੇ, ਕਹਿ ਦੇਣਾ ਉਹ ਮੁੰਡਾ ਤੇ ਤੁਸੀਂ ਵੇਖਿਆ ਹੀ ਨਹੀਂ, ਉਹ ਤਾਂ ਇੱਦਾਂ ਨਸ਼ੇ ਕਰਦਾ। ਅਗਲੇ ਦਾ ਕੰਮ ਖਰਾਬ ਹੋ ਗਿਆ। ਕਿਸੇ ਨੂੰ ਨੌਕਰੀ ਮਿਲਦੀ ਸੀ, ਵਿੱਚ ਭਾਨੀ ਮਾਰਤੀ, ਨੌਕਰੀ ਟੁੱਟ ਗਈ, ਅਗਲੇ ਦੀ ਰਿਸ਼ਤਾ ਟੁੱਟ ਗਿਆ। ਉਹਨੂੰ ਕਹਿੰਦੇ ਬਚਨ ਕਰਕੇ ਪਾਪ। ਤੀਜਾ ਹੁੰਦਾ ਕਰਮ ਕਰਕੇ, ਤਲਵਾਰ, ਬਰਛਾ, ਗੰਡਾਸਾ ਮਾਰ ਕੇ ਕਿਸੇ ਨੂੰ ਮਾਰ ਦੇਣਾ, ਕੋਈ ਕਿਸੇ ਨੂੰ ਗੋਲੀ ਮਾਰ ਦੇਣੀ, ਕਿਸੇ ਦੀ ਹੱਤਿਆ ਕਰ ਦੇਣੀ, ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਐਸਾ ਕੰਮ ਕਰਨਾ ਜਿਹਦਾ ਅਗਲੇ ਦਾ ਨੁਕਸਾਨ ਹੋ ਜਾਏ। ਇਹ 3 ਤਰ੍ਹਾਂ ਦੇ ਪਾਪ ਜਿਹੜੇ ਨੇ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਨ ਨਾਲ ਉਤਰ ਜਾਂਦੇ ਹਨ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉੱਦਾਂ ਪਾਪ ਬੰਦੇ ਦਾ ਖਹਿੜਾ ਨਹੀਂ ਛੱਡਦੇ, ਪਰ ਜਦੋਂ ਗੁਰੂ ਰਾਮਦਾਸ ਦੇ ਦਰ 'ਚ ਸ਼ਰਧਾ ਨਾਲ ਚਲਾ ਜਾਏ, ਹੇ ਗੁਰੂ ਰਾਮਦਾਸ ਮੇਰੇ ਪਾਪ ਕੱਟੋ ਤੇ ਮੈਨੂੰ ਸਿੱਧੇ ਰਾਹ ਪਾਓ, ਸ਼ਰਧਾ ਨਾਲ ਜਾਵੇ, ਇਸ਼ਨਾਨ ਕਰੇ, ਪਿਛਲੇ ਪਾਪ ਧੋਏ ਜਾਣਗੇ, ਅੱਗੇ ਨੂੰ ਬੰਦਾ ਸਿੱਧੀ ਲੈਣ ਤੇ ਪੈ ਜਾਵੇ, ਬਖਸ਼ਿਆ ਜਾਏਗਾ। ਹਾਂਜੀ। ਜਬ ਜਬ ਹੋਵੇ ਕੁੰਠ ਉਦਾਸਾ। ਜਦੋਂ ਮਹਾਰਾਜ ਕਹਿੰਦੇ, ਅਕਾਲ ਪੁਰਖ ਜੀ ਕਹਿਣ ਲੱਗੇ ਮਾਧਵੀ ਰਿਸ਼ੀ ਮੇਰਾ ਮਨ ਬੈਕੁੰਠ 'ਚ ਨਹੀਂ ਲੱਗਦਾ, ਉੱਥੇ ਮੈਂ ਉਦਾਸ ਹੋ ਜਾਣਾ। ਕੋਠੀ ਜਿੱਡੀ ਮਰਜ਼ੀ ਮਹਿੰਗੀ ਪਾਈ ਹੋਵੇ, ਹਮੇਸ਼ਾ ਬੰਦਾ ਉੱਥੇ ਰਹਿ ਨਹੀਂ ਸਕਦਾ। ਕਦੀ ਨਾ ਕਦੀ ਜੀ ਕਰਦਾ ਚਲੋ ਅੱਜ ਰਿਸ਼ਤੇਦਾਰਾਂ ਨੂੰ ਮਿਲ ਆਈਏ, ਕਿਤੇ ਬਾਹਰ ਜਾ ਆਈਏ, ਕਿਤੇ ਕਿਸੇ ਸੱਜਣ ਮਿੱਤਰ ਦੇ ਘਰ ਜਾ ਆਈਏ। ਹਰ ਵੇਲੇ ਤਾਂ ਨਹੀਂ ਨਾ ਬੰਦਾ ਇੱਕ ਥਾਂ 'ਤੇ ਬਹਿ ਸਕਦਾ। ਪਰਮੇਸ਼ਰ ਕਹਿੰਦੇ ਜਦੋਂ ਮੈਂ ਬੈਕੁੰਠ 'ਚ ਉਦਾਸ ਹੋ ਜਾਂਦਾ ਵੀ ਚਲੋ ਕਿਤੇ ਬਾਹਰ ਚੱਲੀਏ, ਤਾਂ ਮੈਂ ਹਰਿਮੰਦਰ ਸਾਹਿਬ ਆ ਜਾਂਦਾ। ਇਹ ਮੇਰਾ ਧਰਤੀ 'ਤੇ ਬੈਕੁੰਠ ਹੈ। ਹਾਂਜੀ। ਤਬ ਹੂੰ ਆਏ ਸੋ ਕਰੋ ਨਿਵਾਸਾ। ਉਦੋਂ ਮੈਂ ਇੱਥੇ ਆ ਕੇ ਨਿਵਾਸ ਕਰ ਲੈਣਾ। ਜਦੋਂ ਬੈਕੁੰਠ ਵਿੱਚ ਮਨ ਨਹੀਂ ਲੱਗਦਾ, ਉਦੋਂ ਸ੍ਰੀ ਹਰਿਮੰਦਰ ਸਾਹਿਬ ਅਸਲ ਬੈਕੁੰਠ, ਸੱਚਖੰਡ, ਗੁਰੂ ਮਹਾਰਾਜ ਦਾ ਇਹ ਦਰਬਾਰ, ਇਹ ਧਰਤੀ ਹੈ। ਇਹ ਤੀਰਥ ਮਮ ਦੇਹ ਸਰੂਪਾ। ਇਹ ਜਿਹੜਾ ਤੀਰਥ ਹੈ ਨਾ ਸ੍ਰੀ ਅੰਮ੍ਰਿਤਸਰ, ਇਹ ਮੇਰਾ ਸਰੀਰ ਹੈ, ਇਹ ਮੇਰੀ ਦੇਹ ਹੈ, ਇਹ ਮੇਰਾ ਸਰੂਪ ਹੈ। ਇੰਨਾ ਮਾਣ ਅਕਾਲ ਪੁਰਖ ਜੀ ਨੇ ਅੰਮ੍ਰਿਤਸਰ ਨੂੰ ਦਿੱਤਾ ਹੈ। ਗੰਗਾਦਿਕ ਪਦ ਜਲ ਮੁਨ ਭੂਪਾ। ਹੇ ਰਿਸ਼ੀ, ਗੰਗਾ ਜਮਨਾ ਤਾਂ ਭਗਵਾਨ ਦੇ ਚਰਨਾਂ ਦਾ ਧੋਣ ਹੈ। ਗੰਗਾ ਤੇ ਜਮਨਾ ਜਿਹੜੀਆਂ ਪਵਿੱਤਰ ਨਦੀਆਂ ਹਨ, ਉਹ ਵੀ ਤੀਰਥ ਮੰਨੇ ਜਾਂਦੇ ਨੇ। ਉਹ ਤਾਂ ਭਗਵਾਨ ਜੀ ਨੇ ਆਪਣੇ ਚਰਨ ਧੋਏ। ਤੀ ਪੁਰਾਣਾ 'ਚ ਲਿਖਿਆ ਹੋਇਆ ਨਾ ਵੀ ਭਗਵਾਨ ਵਿਸ਼ਨੂੰ ਜੀ ਮਹਾਰਾਜ ਦੇ ਚਰਨ ਧੋ ਕੇ, ਉਹ ਜਿਹੜਾ ਚਰਨਾਮ੍ਰਿਤ ਸੀਗਾ ਨਾ, ਉਹ ਸ਼ਿਵ ਜੀ ਨੇ ਆਪਣੀ ਜਟਾ 'ਚ ਰੱਖ ਲਿਆ। ਫਿਰ ਇੱਕ ਰਾਜਾ ਹੋਇਆ ਭਗੀਰਥ। ਭਗੀਰਥ ਬੜਾ ਮਹਾਂਪੁਰਸ਼ ਤਪਸਵੀ ਸੀਗਾ। ਉਹਨੇ ਸ਼ਿਵ ਜੀ ਨੂੰ ਪ੍ਰਸੰਨ ਕੀਤਾ, ਬਹੁਤ ਤਪੱਸਿਆ ਕੀਤੀ। ਕਹਿਣ ਲੱਗਾ, ਜਦੋਂ ਸ਼ਿਵ ਜੀ ਮਹਾਰਾਜ ਖੁਸ਼ ਹੋਏ, ਕਹਿੰਦੇ ਦੱਸ ਬਈ ਕੀ ਚਾਹੁੰਦਾ? ਕਹਿੰਦਾ ਮਹਾਰਾਜ ਜਿਹੜਾ ਤੁਹਾਡੀ ਜਟਾ ਵਿੱਚ ਜਲ ਹੈ ਨਾ, ਉਹ ਕਿਰਪਾ ਕਰਕੇ ਧਰਤੀ 'ਤੇ ਭੇਜੋ, ਧਰਤੀ ਦੇ ਲੋਕਾਂ ਦੇ ਪਾਪ ਕੱਟੇਗਾ। ਉਹ ਭਗਵਾਨ ਦੇ ਚਰਨਾਂ ਦਾ ਧੋਣ ਹੈ। ਉਹਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਨੇ, ਗੰਗੋਤਰੀ ਹੈ ਪਹਾੜਾਂ ਦੇ ਵਿੱਚ, ਹਜਮਕੁੰਡ ਸਾਹਿਬ ਤੋਂ ਵੀ ਬਹੁਤ ਉੱਪਰ, ਉੱਥੇ ਗੰਗੋਤਰੀ ਵਾਲੀ ਥਾਂ ਤੋਂ ਫਿਰ ਉਹ ਗੰਗਾ ਪ੍ਰਗਟ ਕੀਤੀ ਤੇ ਉਹ ਪਹਾੜਾਂ 'ਚੋਂ ਚੀਰਦੀ ਚੀਰਦੀ ਉਹ ਥੱਲੇ ਆਈ, ਹਰਿਦੁਆਰ 'ਤੇ ਆ ਕੇ ਮੈਦਾਨ 'ਚ ਚੱਲ ਪਈ। ਫਿਰ ਪਟਨਾ ਸਾਹਿਬ ਤੋਂ ਹੁੰਦੀ ਬੰਗਾਲ ਦੀ ਖਾੜੀ 'ਚ ਜਾ ਕੇ ਗੰਗਾ ਸਮੁੰਦਰ 'ਚ ਪੈ ਜਾਂਦੀ ਹੈ। ਹਿੰਦੂ ਧਰਮ ਦੇ 'ਚ ਜਿੰਨੀਆਂ ਪਵਿੱਤਰ ਨਦੀਆਂ ਨੇ, ਸਭ ਤੋਂ ਜ਼ਿਆਦਾ ਮਹਾਤਮ ਗੰਗਾ ਦਾ ਮੰਨਦੇ ਆ। ਹੋਰ ਵੀ ਜਮਨਾ, ਸਰਸਵਤੀ, ਨਰਮਦਾ, ਗੋਦਾਵਰੀ, ਸਾਰੀਆਂ ਨਦੀਆਂ ਦਾ ਮਹਾਤਮ ਮੰਨਦੇ ਆ, ਪਰ ਗੰਗਾ ਸਭ ਤੋਂ ਵੱਡੀ ਹੈ। ਪਰ ਗੰਗਾ ਵੀ ਭਗਵਾਨ ਦੇ ਚਰਨਾਂ ਦਾ ਜਲ ਹੈ, ਉਹਨਾਂ ਦੇ ਚਰਨਾਂ ਦਾ ਧੋਣ ਹੈ, ਚਰਨਾਮ੍ਰਿਤ ਹੈ। ਤੇ ਅੰਮ੍ਰਿਤਸਰ ਭਗਵਾਨ ਦਾ ਸਰੀਰ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਭਗਵਾਨ ਕਹਿੰਦੇ ਅੰਮ੍ਰਿਤਸਰ ਤੇ ਮੇਰਾ ਸਰੀਰ ਹੈ, ਤੇ ਗੰਗਾ ਜਮਨਾ ਮੇਰੇ ਚਰਨਾਂ ਦਾ ਧੋਣ ਹੈ। ਹਾਂਜੀ। ਬੀਜ ਰੂਪ ਤੀਰਥ ਮਹਾਰਾਜੂ। ਇਹ ਬੀਜ ਰੂਪ ਵਿੱਚ ਸਾਰੇ ਤੀਰਥਾਂ ਦਾ ਮਹਾਰਾਜਾ ਤੀਰਥ ਹੈ। ਬਾਕੀ ਤੀਰਥ ਭਗਵਾਨ ਦੇ ਹੀ ਨੇ ਸਾਰੇ, ਕਿਉਂਕਿ ਜਿੱਥੇ ਬਹਿ ਕੇ ਸਾਧੂ ਸੰਤ ਮਹਾਤਮਾ ਨਾਮ ਜਪਦੇ ਹੈ, ਕੋਈ ਪਾਣੀ ਪੀਂਦਾ, ਕੋਈ ਇਸ਼ਨਾਨ ਕਰਦਾ, ਉਹ ਨਿੰਦਣਯੋਗ ਤਾਂ ਨਹੀਂ ਨਾ। ਸਾਧ ਸੰਗਤ ਜੀ, ਨਿੰਦਣਯੋਗ ਤੇ ਪਖੰਡੀ ਲੋਕਾਂ ਨੇ ਬਣਾਤਾ। ਹਿੰਦੂ ਧਰਮ ਦੇ ਜਿਹੜੇ ਪਖੰਡੀ ਸਾਧੂ ਸੀ ਨਾ, ਸਾਧੂ ਤਾਂ ਨਹੀਂ ਕਹਿ ਸਕਦੇ, ਪਖੰਡੀ ਬੰਦੇ ਸੀ, ਉਹਨਾਂ ਨੇ ਧਰਮ ਦੇ ਨਾਂ 'ਤੇ ਪਖੰਡ ਇੰਨਾ ਕੀਤਾ ਵੀ ਉਹ ਜਿਹੜੀਆਂ ਪਵਿੱਤਰ ਜਗ੍ਹਾ ਸੀ ਉਹ ਵੀ ਨਿੰਦਣਯੋਗ ਬਣਾਤੀਆਂ। ਪਰ ਮਹਾਰਾਜ ਨਿੰਦਾ ਨਹੀਂ ਕਰਦੇ ਕਿਸੇ ਦੀ। ਮਹਾਰਾਜ ਕਹਿੰਦੇ ਭਾਈ ਪਖੰਡ ਨਾ ਕਰੋ, ਧਰਮ ਕਰੋ, ਤੁਸੀਂ ਕੋਈ ਕਰੋ, ਮੁਸਲਮਾਨ ਹੋ, ਨਮਾਜ਼ ਪੜ੍ਹੋ, ਅਤੇ ਤੁਸੀਂ ਪੂਜਾ ਪਾਠ ਕਰੋ ਆਪੋ ਆਪਣੇ ਤਰੀਕੇ ਨਾਲ,
ਪਰ ਕਰੋ ਸੱਚੇ ਦਿਲ ਨਾਲ। ਆਖੋ ਵਾਹਿਗੁਰੂ। ਵਾਹਿਗੁਰੂ। ਕੋਈ ਵੀ। ਤੇ ਗੁਰੂ ਸਾਹਿਬ ਨੇ ਕਿਸੇ ਦੇ ਧਰਮ ਦੀ ਤਾਂ ਨਿੰਦਾ ਨਹੀਂ ਕੀਤੀ, ਪਖੰਡ ਦੀ ਨਿੰਦਾ ਕੀਤੀ। ਪਖੰਡ ਨੂੰ ਮਹਾਰਾਜ ਨੇ ਕਿਹਾ ਵੀ ਪਖੰਡ ਨਾ ਕਰੋ, ਵਿਖਾਵਾ ਨਾ ਕਰੋ, ਜੋ ਵੀ ਕਰਨਾ ਸੱਚੇ ਦਿਲ ਨਾਲ ਕਰੋ। ਜਿਹੜੇ ਸੱਚੇ ਦਿਲ ਨਾਲ ਕਰਦੇ ਸੀ ਸਾਧੂ ਮਹਾਤਮਾ, ਉਹਨਾਂ ਦਾ ਬਾਣੀ 'ਚ ਨਾਮ ਵੀ ਆਇਆ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਨ੍ਹਾਂ ਨੇ ਪਖੰਡ ਕੀਤਾ ਉਹਨਾਂ ਦੇ ਮਹਾਰਾਜ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਪਖੰਡ ਹੈ, ਇਹ ਗਲਤ ਹੈ। ਕੋਈ ਧਰਮ ਮਾੜਾ ਨਹੀਂ ਹੁੰਦਾ, ਉਹਦੇ 'ਚ ਜਿਹੜੇ ਪਖੰਡੀ ਵੜ ਜਾਂਦੇ ਨਾ ਉਹ ਬਦਨਾਮ ਕਰਾ ਦਿੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਕਹਿੰਦੇ ਵੀ ਗੰਗਾ ਆਦਿਕ ਵੀ ਤੀਰਥ ਪਵਿੱਤਰ ਹਨ, ਪਰ ਸ੍ਰੀ ਅੰਮ੍ਰਿਤਸਰ ਸਾਹਿਬ ਸਾਰਿਆਂ ਤੋਂ ਵੱਡਾ ਮੈਨੂੰ ਬਹੁਤ ਪਿਆਰਾ ਹੈ। ਅੰਮ੍ਰਿਤਸਰ ਥਲ ਸਜਿਓ ਸਮਾਜੂ। ਇਹ ਸ੍ਰੀ ਅੰਮ੍ਰਿਤਸਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਭ ਤੋਂ ਜ਼ਿਆਦਾ ਸੋਭਨੀਕ ਲੱਗਾ ਹੈ, ਇਸ ਕਰਕੇ ਇੱਥੇ ਪੱਕਾ ਹੀ ਡੇਰਾ ਲਾਇਆ ਹੋਇਆ। ਜੇ ਨਰ ਸਹਿਜ ਦਰਸ ਹਿਤ ਆਵੈ। ਮਹਾਰਾਜ ਕਹਿੰਦੇ ਹੈ ਮਾਧਵੀ ਰਿਸ਼ੀ, ਜਿਹੜੇ ਸਹਿਜ ਦੇ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਇਹਦੇ ਦਰਸ਼ਨਾਂ ਨੂੰ ਆਉਣਗੇ। ਸ੍ਰੀ ਅੰਮ੍ਰਿਤਸਰ ਸਾਧ ਸੰਗਤ ਜੀ ਆਪਾਂ ਵੀ ਜਾਣਦੇ ਹਾਂ, ਜਿੰਨੀ ਜਿੰਨੀ ਭਾਵਨਾ ਪੂਰੀ ਹੁੰਦੀ ਹੈ, ਜਿੰਨੀ ਜਿੰਨੀ ਹੈ। ਕੋਈ ਦੁੱਧ ਮੰਗਣ ਜਾਂਦਾ, ਕੋਈ ਪੁੱਤ ਮੰਗਣ ਜਾਂਦਾ। ਜੇ ਕੋਈ ਬ੍ਰਹਮ ਗਿਆਨ ਲੈਣ ਜਾਵੇ ਉਹਨੂੰ ਬ੍ਰਹਮ ਗਿਆਨ ਮਿਲਦਾ। ਇੱਕ ਚੋਬੇ ਜੀ ਹੋਏ ਨੇ ਗਵਾਲੀਅਰ ਦੇ ਰਾਸ ਇਲਾਕੇ ਵਿੱਚ, ਉਹਨਾਂ ਨੇ ਅੱਜ ਤੋਂ ਕੋਈ 125 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸੀ। ਉਹ ਰਾਜੇ ਸੀ ਉੱਧਰ ਦੇ, ਗਵਾਲੀਅਰ ਦੇ ਇਲਾਕੇ ਦੇ ਬਹੁਤ ਵੱਡੇ ਰਾਜੇ, ਤੇ ਚੋਬੇ ਜੀ ਕਰਕੇ ਨਾਮ ਉਹਨਾਂ ਦਾ ਆਉਂਦਾ ਹੈ। ਤੇ ਉਸ ਇਲਾਕੇ ਵਿੱਚ ਇੱਕ ਛਲੋਨੇ ਵਾਲੇ ਮਹਾਂਪੁਰਸ਼ ਹੋਏ, ਉਹ ਨੰਗੇ ਰਹਿੰਦੇ ਸੀ ਸਾਧੂ ਜੰਗਲਾਂ ਵਿੱਚ, ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ। ਉਹਨਾਂ ਦੀ ਸੰਗਤ ਕਰਕੇ ਚੋਬੇ ਜੀ ਜਿਹੜੇ ਸਨ ਗੁਰੂ ਘਰ ਨਾਲ ਜੁੜੇ ਸਨ। ਤੇ ਚੋਬੇ ਜੀ ਸ੍ਰੀ ਅੰਮ੍ਰਿਤਸਰ ਜਦੋਂ ਮਹਾਂਪੁਰਸ਼ ਛਲੋਨੇ ਵਾਲਿਆਂ ਨੇ ਦੱਸੀ ਅੰਮ੍ਰਿਤਸਰ ਦੀ ਮਹਿਮਾ, ਤਾਂ ਉਹ ਦਰਸ਼ਨਾਂ ਨੂੰ ਆਏ। ਪਹਿਲਾਂ ਤਾਂ ਆਪਣੇ ਪਰਿਵਾਰ ਸਮੇਤ ਬੜੀ ਵੱਡੀ ਸੱਜ ਧੱਜ ਨਾਲ ਆਏ, ਦਰਸ਼ਨ ਕੀਤੇ। ਫਿਰ ਉਹਨਾਂ ਨੇ ਸੋਚਿਆ ਵੀ ਜਦੋਂ ਮੈਂ ਇੱਦਾਂ ਜਾਂਦਾ ਨਾ ਤੇ ਉੱਥੇ ਲੋਕ ਮੈਨੂੰ ਰਾਜਾ ਸਮਝ ਕੇ ਤੇ ਮੇਰੀ ਬਹੁਤ ਜ਼ਿਆਦਾ ਧਿਆਨ ਉੱਧਰ ਵੰਡਦੇ ਆ। ਫਿਰ ਇੱਕ ਗੜਵੀ, ਇੱਕ ਧੋਤੀ, ਜਿਹੜੇ ਉਹ ਸਾਧ ਸੰਤ ਲੈ ਉੱਦਾਂ ਲੈ ਕੇ ਆਏ, ਗੁਪਤ ਹੋ ਗਏ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਡਾਕਟਰ ਭਾਈ ਵੀਰ ਸਿੰਘ ਜੀ ਨਾਲ ਬਹੁਤ ਪ੍ਰੇਮ ਹੋ ਗਿਆ। ਭਾਈ ਵੀਰ ਸਿੰਘ ਜੀ ਨੂੰ ਉਹਨਾਂ ਨੇ ਦੱਸਿਆ ਤੇ ਭਾਈ ਸਾਹਿਬ ਨੇ ਆਪਣੀ ਪੁਸਤਕਾਂ 'ਚ ਲਿਖਿਆ। ਉਹ ਕਹਿੰਦੇ कि श्री गुरु रामदास जी के दरबार में जब हम जाते हैं तो गुरु रामदास जी हमें बैठे हुए दर्शन देते हैं। ये यहाँ ही रहते हैं। कीर्तन के समय वो सारा सारा दिन कीर्तन सुनते सी। चौबे जी राजा सी हिंदू ग्वालियर के इलाके का। इदां दे लोग साध संगत जी जिहड़े बड़े बड़े खोजी परमार्थी वो भी श्री अमृतसर साहब तो आके जिद्दां दी शरधा लैके जे दुनियावी चीज़ां मंगण जाओगे वो मिल जाणगियां ते जे रूहानीयत दी कोई चीज़ मंगण जाओगे तो वो भी मिलेगी। हाँ जी। चतुर पदार्थ सहज ही पावै। चारे पदार्थ धर्म अर्थ काम मोक्ष सहज ही इत्थों प्राप्त होंगे। जे पुन तिनके दर्शन कह। हाँ जेड़ा कोई अमृतसर दे दर्शन करके चला जावे अगे ओदे कोई दर्शन कर लवे। जेड़ा श्री अमृतसर दे दर्शन करके आवे ते ओदे को कोई भावना नाल पुरातन सिंह हुण तां गल्लां ही गईयां। साड़ी पश्चिमी विद्या स्कूलों पढ़ाई कॉलेजों इहो जी पढ़ाती शरधा वाला पाठ ही भुल गए। साध संगत जी कोई अमृतसर जाता सी ना आ साढ़े देखदियां दी गल्लां ने 25-30 साल पहलां दी। क्योंकि गरीबी हुंदी सी लोकां दे कई हर कोई बंदा नहीं सी जा सकदा। कदी साल 2 साल बाद कोई जांदा सी। कई तो बेचारे कहंदे इक्को वारी जिंदगी दर्शन हो जाए बड़ी वड्डी गल। कई इहो जे अजे भी हैं पंजाब च बेचारे भी दर्शन अमृतसर नहीं जा सकते किराया ही नहीं होंदा सी। चलो जे कोई जांदा सी ना तो उत्थों पतासे जां कोई प्रशाद लैके आउंदे सी ते वो पिंड वाले दूजे सारे जांदे सी भी फलाना सिंह गया सी अमृतसर आपां प्रशाद ले आई जा। वो एक भोरा भोरा प्रशाद दिंदे सी ते वो नाले कहंदे सी भी तेरे दर्शन कर ले तूं गुरु रामदास दे दर्शन करके आया। इन्नी शरधा हुंदी सी। हुण ये गल्लां ना कोई दसदा
ਤੇ ਨਾ ਕੋਈ ਸੁਣਦਾ ਤੇ ਨਾ ਕਿਸੇ ਨੂੰ ਪਤਾ। ਅੰਮ੍ਰਿਤਸਰ ਦੇ ਦਰਸ਼ਨ ਕਰਕੇ ਆਇਆ ਹੋਵੇ ਤੇ ਅੱਗੋਂ ਉਹਦੇ ਕੋਈ ਦਰਸ਼ਨ ਕਰ ਲਵੇ। ਹਾਂਜੀ, ਤੇ ਵੀ ਦੇਹ ਹੋਏ ਮਾਮਪੁਰ ਜੈ ਹੈ। ਉਹ ਵੀ ਕਹਿੰਦੇ ਬ੍ਰਹਮ ਗਿਆਨ ਤੱਕ ਪਹੁੰਚ ਸਕਦਾ ਸ਼ਰਧਾ ਦੇ, ਉਹਦੀ ਵੀ ਭਾਵਨਾ ਪੂਰੀ ਹੋਈ। ਵਿਦੇਹ ਹੋ ਕੇ ਉਹ ਵੀ ਸੱਚਖੰਡ ਜਾਏਗਾ, ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੇ ਦਰਸ਼ਨ ਕਰੇਗਾ। ਕੌਣ ਈਸਾਨ ਨਿਰਖ ਬ੍ਰਿਖ ਕ੍ਰੇਤੂ। ਕਹਿੰਦੇ ਈਸ਼ਾਨ ਕੋਣ ਦੇ ਵਿੱਚ ਜੋ ਸੁੰਦਰ ਦਰਖਤ ਹੈ, ਦੱਖਣ ਦਿਸ਼ਾ ਭੂਤ ਗ੍ਰਹਿ ਖੇਤੂ। ਔਰ ਦੱਖਣ ਦੇ ਵਿੱਚ ਉਹ ਸ਼ਕਤੀ ਹੈ ਜਿਸ ਨੂੰ ਸ਼ਿਵ ਸ਼ਕਤੀ ਕਹਿੰਦੇ ਹਨ। ਵਰਨ ਕੁਮੇਰ ਇੰਦਰ ਦਿਸ਼ ਰਾਜਾ। ਵਰਨ ਕੁਮੇਰ ਇੰਦਰ, ਇਹ ਸਾਰੇ ਦੇਵਤੇ ਇੱਥੇ ਖੜੇ ਹੱਥ ਜੋੜ ਕੇ, 33 ਕਰੋੜ ਦੇਵਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੱਥ ਜੋੜ ਕੇ ਖੜੇ ਹੈ ਕਿ ਅਕਾਲ ਪੁਰਖ ਦਾ ਇਹ ਦਰਬਾਰ ਹੈ। ਜਿਹੜਾ ਹੁਣ ਵੱਡਾ ਦਰਬਾਰ ਹੈ, ਸੱਚਾ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛਤ। ਉੱਥੇ ਦਰਸ਼ਨ ਕਰਕੇ ਫਿਰ ਹੋਰ ਕਿਸੇ ਦੇਵੀ ਦੇਵਤੇ ਦੇ ਮੰਦਰ ਜਾਣ ਦੀ ਲੋੜ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਸਾਰੇ ਦੇਵਤੇ ਆ ਕੇ ਮੱਥਾ ਟੇਕਦੇ ਨੇ, ਉਹ ਤਾਂ ਸਭ ਤੋਂ ਵੱਡਾ ਦਰਬਾਰ ਹੈ। ਇਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਅਕਾਲ ਪੁਰਖ ਦਾ ਦਰਬਾਰ ਹੈ। ਸਾਰੇ ਹੀ ਦੇਵਤੇ ਨਮਸਕਾਰਾਂ ਕਰਦੇ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਭ ਦੇਵਤੇ ਕਰੈ ਨਮਸਕਾਰਾਂ। ਹਾਂਜੀ, ਨਿਜ ਅਸਥਲ ਸਭ ਸਜੇ ਸਮਾਜਾ। ਆਪਣੇ ਆਪਣੇ ਸਥਾਨਾਂ ਤੇ ਖੜ ਕੇ ਮੱਥਾ ਟੇਕਦੇ, ਨਮਸਕਾਰਾਂ ਕਰਦੇ। ਬ੍ਰਹਮਾਦਿਕ ਸੇਵ ਹੈ ਮਨ ਲਾਈ। ਬ੍ਰਹਮਾ ਆਦਿਕ ਵੀ ਮਨ ਲਾ ਕੇ ਸੇਵਾ ਕਰਦੇ ਹਨ। ਮਾਮ ਰੋਚ ਲੱਖ ਖਾਟ ਪਦ ਜਿਮ ਛਾਈ। ਕਹਿੰਦੇ ਭਗਵਾਨ ਜੀ ਦੀ ਇੱਛਾ ਦੇ ਮੁਤਾਬਕ ਭਗਵਾਨ ਜੀ ਦਾ ਇਹ ਸਥਾਨ ਹੈ ਅਕਾਲ ਪੁਰਖ ਜੀ ਦਾ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸਭ ਤੋਂ ਵੱਡਾ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਅਕਾਲ ਪੁਰਖ ਜੀ ਦਾ ਹੈ। ਇਹ ਪੁਰਾਣੇ ਯੁੱਗਾਂ ਵਿੱਚ ਵੀ ਭਗਵਾਨ ਨੇ ਇਹਦੀ ਮਹਿਮਾ ਦੱਸੀ ਸੀ। ਇਹ ਵੀ ਕਿਹਾ ਸੀ ਵੀ ਜਦੋਂ ਗੁਰੂ ਰਾਮਦਾਸ ਜੀ ਆਉਣਗੇ ਉਹ ਪ੍ਰਗਟ ਕਰਨਗੇ, ਪੰਜਵੇਂ ਜਾਮੇ 'ਚ ਇਹਨੂੰ ਸੰਪੂਰਨ ਕਰਨਗੇ। ਔਰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਕੀਰਤਨ ਹੋਇਆ ਕਰੇਗਾ, ਸੰਗਤਾਂ ਬਾਣੀ ਪੜ੍ਹਿਆ ਕਰਨਗੀਆਂ, ਇਸ਼ਨਾਨ ਕਰਿਆ ਕਰਨਗੀਆਂ, ਨਾਮ ਜਪਿਆ ਕਰਨਗੀਆਂ, ਸਰਬੱਤ ਦਾ ਇੱਥੇ ਭਲਾ ਹੋਵੇਗਾ। ਸੋ ਇਹ ਵਡਿਆਈ ਸ੍ਰੀ ਦਰਬਾਰ ਸਾਹਿਬ ਜੀ ਦੀ, ਅਕਾਲ ਪੁਰਖ ਦੇ ਦਰਬਾਰ ਦੀ, ਹਰਿਮੰਦਰ ਸਾਹਿਬ ਦੀ ਪੰਡਤਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ 'ਚ ਦੱਸ ਰਹੇ ਨੇ, ਤਾਂ ਕਿ ਉਹਨਾਂ ਪੰਡਤਾਂ ਦੇ ਮਨ ਵਿੱਚ ਵੀ ਸ਼ੰਕਾ ਨਾ ਰਵੇ ਤੇ ਗੁਰੂ ਕੇ ਦਰਬਾਰ ਪ੍ਰਤੀ ਸ਼ਰਧਾ ਭਾਵਨਾ ਬਣ ਜਾਵੇ। ਸੋ ਇਹ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।